ਪ੍ਰਸਿੱਧ ਲੇਖਕ ਬਲਵੰਤ ਸਿੰਘ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 8ਵਾਂ। ਰਾਜੀ ਨੂੰ ਪਿਆਰ ਕਰਨ ਲੱਗੇ ਮੈਂ ਸਭ ਕੁਝ ਭੁੱਲ ਜਾਂਦਾ। ਹਰ ਚੀਜ਼ ਇਸ ਅੰਨੇ ਖੂਬਸੂਰਤ ਪਿਆਰ ਸਾਹਮਣੇ ਤੁੱਛ ਲੱਗਦੀ। ਹਰ ਚੀਜ਼ ਅਰਥਹੀਣ, ਮੇਰਾ ਭਵਿੱਖ, ਮੇਰੇ ਰਿਸ਼ਤੇ, ਮੇਰੀਆਂ ਕਹਾਣੀਆਂ, ਮੇਰੇ ਨਾਟਕ। ਹਰ ਵਾਰ ਰਾਜੀ ਦੇ ਪਿਆਰ ਵਿੱਚ ਇੱਕ ਨਵੀਂ ਸਨਸਨੀ ਹੁੰਦੀ, ਇੱਕ ਨਵੀਂ ਅਣਡਿੱਠੀ ਧਰਤੀ। ਨਸਾਂ ਵਿੱਚ ਦੌੜਦੇ ਖੂਨ ਦੀਆਂ ਗੂੰਜਾਂ ਆਦਿ ਯੁੱਗ ਨੂੰ ਛੂਹਦੀਆਂ ਮਹਿਸੂਸ ਹੁੰਦੀਆਂ। ਸਾਡੇ ਚਾਰੇ ਪਾਸੇ ਖਤਰਾ ਸੀ ਤੇ ਇਸ ਖਤਰੇ ਨਾਲ ਪਿਆਰ ਦਾ ਜਜ਼ਬਾ ਹੋਰ ਵੀ ਤਿੱਖਾ ਹੋ ਜਾਂਦਾ। ਇੱਕ ਅਜੀਬ ਡਰ ਤੇ ਸਨਸਨੀ ਜੋ ਜੰਗ ਵਿੱਚ ਘਿਰੇ ਆਦਮੀ ਦੇ ਦਿਲ ਵਿੱਚ ਹੁੰਦੀ ਏ। ਇਸ ਡਰ ਵਿੱਚ ਖੌਫਨਾਕ ਕੋਸ਼ਿਸ਼ ਸੀ। ਰਾਜੀ ਆਪਣੀ ਤੀਵੀਂ ਸੀ ਜੋ ਕਿਸੇ ਬਾਹਰੀ ਟਿੱਲੇ ਉੱਤੇ ਵਰਦੇ ਬੰਬਾਂ ਦੀ ਰੋਸ਼ਨੀ ਵਿੱਚ ਆਪਣੇ ਪ੍ਰੇਮੀ ਨਾਲ ਮੁਹੱਬਤ ਕਰ ਸਕਦੀ ਸੀ। ਮੈਨੂੰ ਪਤਾ ਸੀ ਕਿ ਰਾਜੀ ਮੇਰੇ ਲਈ ਹੀ ਬਣੀ ਸੀ। ਉਹ ਮੇਰੇ ਲਈ ਹੀ ਜੰਮੀ ਸੀ ਤੇ ਜਵਾਨ ਹੋਈ ਸੀ। ਮੈਂ ਕਿਸੇ ਹੋਰ ਤੀਵੀਂ ਵੱਲ ਨਹੀਂ ਸੀ ਦੇਖਦਾ ਤੇ ਨਾ ਮੈਨੂੰ ਇਸ ਦੀ ਲੋੜ ਸੀ। ਇਹ ਵਫਾਦਾਰੀ ਕਿਸੇ ਸਦਾਚਾਰਕ ਭਰਮ ਕਰਕੇ ਨਹੀਂ ਸੀ, ਨਾ ਕਿਸੇ ਸਮਾਜਤਾ ਜਾਂ ਇਖਲਾਕ ਦੇ ਡਰ ਤੋਂ। ਇਹ ਵਫਾਦਾਰੀ ਮੇਰੀ ਮਜਬੂਰੀ ਸੀ, ਆਪਣੀ ਆਤਮਾ ਦੀ। ਮੈਨੂੰ ਕਿਸੇ ਹੋਰ ਤੀਵੀਂ ਦੀ ਛਾਂ ਜਾਂ ਛੋਹ ਜਾਂ ਸੁਪਨੇ ਦੀ ਲੋੜ ਨਹੀਂ ਸੀ। ਇਸੇ ਦਾ ਕਾਰਨ ਸੀ ਰਾਜੀ ਦੇ ਹੱਥਾਂ ਦੀ ਖਾਸ ਪਕੜ, ਉਸਦੇ ਜੋਬਨ ਦਾ ਸੇਕ, ਉਸਦੇ ਜਿਸਮ ਦੀ ਖਾਸ ਮਹਿਕ ਤੇ ਉਸਦੇ ਗੁੰਦਵੇਂ ਸਰੀਰ ਦੀ ਖਾਸ ਲਜ਼ਤ, ਜਿਸ ਨੇ ਮੈਨੂੰ ਪੂਰੀ ਤਰ੍ਹਾਂ ਵੱਸ ਕਰ ਲਿਆ ਸੀ। ਉਸਦਾ ਅਨੋਖਾ ਵਜੂਦ, ਇਹੋ ਔਰਤ, ਉਹ ਮੇਰੇ ਰੋਮ ਰੋਮ ਵਿੱਚ ਰਚ ਗਈ ਸੀ। ਮੈਨੂੰ ਪਤਾ ਸੀ ਕਿ ਮੇਰੇ ਦੋਸਤ ਅਤੇ ਦੂਸਰੇ ਲੋਕ ਮਹਿਫਲਾਂ ਵਿੱਚ ਰਾਜੀ ਤੇ ਮੇਰੇ ਰਿਸ਼ਤੇ ਬਾਰੇ ਗੱਲਾਂ ਕਰ ਰਹੇ ਸਨ, ਮੇਰੇ ਭਿੱਜੇ ਹੋਏ ਇਸ਼ਕ ਉੱਤੇ ਹੱਸ ਰਹੇ ਸਨ, ਮੈਨੂੰ ਕੋਸ ਰਹੇ ਸਨ। ਉਹ ਲੋਕ ਵੀ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਮੇਰੇ ਤੇ ਰਾਜੀ ਦੇ ਇਸ਼ਕ ਦੇ ਚਰਚੇ ਨੂੰ ਬੜੇ ਮਜ਼ੇ ਨਾਲ ਸੁਣਦੇ ਤੇ ਮਿਰਚ ਮਸਾਲਾ ਲਾ ਕੇ ਅੱਗੇ ਤੋਰਦੇ। ਲੋਕ ਸ਼ਾਇਦ ਸੱਚਮੁੱਚ ਮੇਰੇ ਭਵਿੱਖ ਬਾਰੇ ਚਿੰਤਾਤੁਰ ਸਨ। ਉਹ ਸੋਚ ਰਹੇ ਸਨ ਕਿ ਮੈਂ ਕਿਉਂ ਆਪਣੀ ਜ਼ਿੰਦਗੀ ਤਬਾਹ ਕਰ ਰਿਹਾ ਹਾਂ। ਕਿਉਂ ਮੈਂ ਨਹੀਂ ਸੀ ਦੇਖ ਸਕਦਾ ਕਿ ਰਾਜੀ ਮੈਨੂੰ ਵਰਤ ਰਹੀ ਸੀ? ਕੀ ਮੈਂ ਇੰਨਾ ਸਾਂ? ਮੈਂ ਕਿਉਂ ਨਹੀਂ ਸੀ ਦੇਖ ਸਕਦਾ ਕਿ ਰਾਜੀ ਮੈਨੂੰ ਪੌੜੀ ਬਣਾ ਕੇ ਸ਼ੋਹਰਤ ਦੇ ਅਸਮਾਨ 'ਤੇ ਪਹੁੰਚਣਾ ਚਾਹੁੰਦੀ ਸੀ, ਫਿਲਮ ਸਟਾਰ ਬਣਨਾ ਚਾਹੁੰਦੀ ਸੀ। ਉਹ ਕਿਸੇ ਦਿਨ ਵੀ ਮੈਨੂੰ ਛੱਡ ਕੇ ਉਸ ਆਦਮੀ ਨਾਲ ਤੁਰ ਪਵੇਗੀ ਜੋ ਉਸ ਨੂੰ ਫਿਲਮ ਸਟਾਰ ਬਣਾ ਸਕੇ। ਉਹ ਮੈਨੂੰ ਵਰਤ ਰਹੀ ਸੀ। ਕੁਝ ਲੋਕ ਇਹ ਸੋਚ ਰਹੇ ਸਨ ਕਿ ਮੈਂ ਰਾਜੀ ਨੂੰ ਤਬਾਹ ਕਰ ਰਿਹਾ ਸਾਂ। ਉਸ ਨੇ ਆਪਣਾ ਘਰ ਛੱਡਿਆ, ਬੱਚੇ ਛੱਡੇ, ਦੋਸਤ ਛੱਡੇ, ਸਹੇਲੀਆਂ ਛੱਡੀਆਂ, ਸਭ ਕੁਝ ਛੱਡ ਦਿੱਤਾ ਮੇਰੀ ਖਾਤਰ। ਦਿਨ ਰਾਤ ਮੇਰੀ ਸੇਵਾ ਵਿੱਚ, ਮੇਰੇ ਨਾਲ, ਮੇਰੇ ਪਿੱਛੇ ਮੈਨੂੰ ਹਰ ਥਾਂ ਲੱਭਦੀ ਫਿਰਦੀ, ਕੌਫੀ ਹਾਊਸਾਂ ਵਿੱਚ, ਥੀਏਟਰਾਂ ਵਿੱਚ, ਢਾਬਿਆਂ ਉੱਤੇ। ਮੈਂ ਇਹ ਸਾਰੀਆਂ ਗੱਲਾਂ ਸੁਣ ਸਕਦਾ ਸਾਂ ਆਪਣੇ ਕਮਰੇ ਵਿੱਚ ਬੈਠਾ। ਲੋਕਾਂ ਦੀਆਂ ਗੱਲਾਂ। ਇਕੱਲੇ ਕਮਰੇ ਵਿੱਚ ਬੈਠਾ ਮੈਂ ਲੋਕਾਂ ਦੀਆਂ ਨਿੰਦਿਆ, ਉਹਨਾਂ ਦੀ ਹਸਦ, ਉਹਨਾਂ ਦੀ ਨਫ਼ਰਤ ਮਹਿਸੂਸ ਕਰ ਰਿਹਾ ਸਾਂ। ਮੈਨੂੰ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਸੀ ਰਹੀ ਕਿ ਇਹ ਕੀ ਸੋਚਦੇ ਨੇ ਮੇਰੇ ਬਾਰੇ। ਉਹਨਾਂ ਨੂੰ ਕੀ ਪਤਾ ਸੀ ਮੇਰੇ ਅੰਦਰਲੇ ਵੇਗ ਦਾ, ਅੰਦਰ ਦੀ ਸੁੱਚੀ ਤਪਸ਼ ਦਾ, ਅੰਤਰੀਵ ਜ਼ਲਾਲ ਦਾ। ਜਿਤਨਾ ਉਹ ਮੈਨੂੰ ਭੰਡਦੇ ਅਤੇ ਆਪਣੇ ਖੋਖਲੇ ਵਿਚਾਰਾਂ ਦੀ ਕਸੌਟੀ ਉੱਤੇ ਪਰਖਦੇ, ਉਤਨਾ ਹੀ ਮੈਂ ਉਹਨਾਂ ਉੱਤੇ ਹੱਸਦਾ, ਉਤਨਾ ਹੀ ਮੈਂ ਜ਼ਿਆਦਾ ਮੁਕਤ ਮਹਿਸੂਸ ਕਰਦਾ। ਮੈਂ ਸੱਚ ਦੇ ਤਵੇ ਉੱਤੇ ਬੈਠਾ ਇੱਕ ਵੱਖਰੇ ਕਿਸਮ ਦਾ ਆਨੰਦ ਅਨੁਭਵ ਕਰ ਰਿਹਾ ਸਾਂ ਜੋ ਖੁੱਲ੍ਹੇ ਰਿਸ਼ਤੇ ਅਤੇ ਪਿਆਰ ਵਿੱਚ ਲੁਕਿਆ ਹੋਇਆ ਸੀ। ਮੈਨੂੰ ਉਸ ਪਿਆਰ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ ਜੋ ਲੋਕਾਂ ਤੋਂ ਲੁੱਪ ਛੁਪ ਕੇ ਕੀਤਾ ਜਾਵੇ, ਜਿਵੇਂ ਚੋਰੀ ਦਾ ਮਾਲ ਹੋਵੇ। ਮੈਨੂੰ ਪਿਆਰ ਨੂੰ ਸਮਾਜ ਦੀ ਹੋਂਦ ਦਾ ਹੁੰਗਾਰਾ ਤੇ ਪਿਛੋਕੜ ਦਰਕਾਰ ਹੈ। ਇਸ ਵਿੱਚ ਇੱਕ ਵੱਖਰੇ ਪ੍ਰਕਾਸ਼ ਦਾ ਨਸ਼ਾ ਹੈ, ਜਿਵੇਂ ਅਸਮਾਨ ਉੱਤੇ ਹੋਰ ਉੱਚਾ ਤੇ ਖੁੱਲ੍ਹਾ ਜਾਪੇ ਤੇ ਧਰਤੀ ਵਧੇਰੇ ਵਿਸ਼ਾਲ ਤੇ ਮੋਕਲੀ। ਮੈਂ ਇਸ ਪਿਆਰ ਦੇ ਵਿੱਚ ਡੁੱਬਿਆ ਆਪਣੇ ਅੰਦਰ ਦੀ ਦੁਨੀਆ ਨੂੰ ਲੱਭ ਰਿਹਾ ਸਾਂ, ਆਪਣੀ ਖੋਜ ਕਰ ਰਿਹਾ ਸਾਂ, ਆਪਣੇ ਆਪ ਨੂੰ ਡੂੰਘਾਣਾ ਤੇ ਹੋਰ ਡੂੰਘਾ ਲੱਥ ਜਾਣ ਦਾ ਆਨੰਦ ਮਾਣ ਰਿਹਾ ਸਾਂ, ਇੱਕ ਵੱਖਰੇ ਪ੍ਰਕਾਰ ਦਾ ਆਨੰਦ। ਜ਼ਿੰਦਗੀ ਤੇਜ਼ੀ ਨਾਲ ਬੀਤਦੀ ਜਾ ਰਹੀ ਸੀ ਤੇ ਇਸ ਦੀ ਮੰਜ਼ਿਲ ਸੀ ਸਮੇਂ ਦੀ ਰੇਤ, ਫਨਾਹ, ਮੌਤ। ਮੈਂ ਘਾਹ ਉੱਤੇ ਬੈਠਾ ਸਫੇਦੇ ਦਰਖਤ ਨੂੰ ਦੇਖਦਾ। ਪਤਲੇ ਉੱਚੇ ਤਣੇ ਸਰਦਈ ਰੰਗ ਦੇ ਕਾਗਜ਼ੀ ਸੱਕ ਲੱਥਦੇ ਤੇ ਉਹਨਾਂ ਵਿੱਚੋਂ ਨਰਮ ਤਾਜ਼ਾ ਅੰਗੂਰੀ ਰੰਗ ਨਿਖਰ ਆਉਂਦਾ। ਮੈਂ ਆਪਣੀ ਬਾਂਹ ਨੂੰ ਦੇਖਦਾ ਤੇ ਇਸ ਉੱਤੇ ਹੱਥ ਫੇਰ ਕੇ ਉਸ ਦੀ ਜਿਲਦ ਮਹਿਸੂਸ ਕਰਦਾ ਤੇ ਇਹ ਬਾਂਹ ਮੈਨੂੰ ਕਿਸੇ ਹੋਰ ਦੀ ਜਾਪਦੀ। ਮੈਂ ਇਸ ਬਾਂਹ ਦੇ ਕਣਕ ਭਿੰਨੇ ਰੰਗ ਨੂੰ ਦੇਖਦਾ, ਇਸ ਦੇ ਮਸਾਮ, ਇਸ ਦੇ ਗੁੰਦਵੇਂ ਮਾਸ ਨੂੰ, ਕਾਲੇ ਵਾਲਾਂ ਦੀ ਲੂੰ ਨੂੰ, ਆਪਣੀ ਮੀਣੀ ਨੂੰ, ਹਥੇਲੀ ਦੀਆਂ 3 ਵੱਡੀਆਂ ਲੀਕਾਂ ਨੂੰ, ਨਿੱਕੀਆਂ ਬਰੀਕ ਚਿੰਗਾਂ ਨੂੰ ਤੇ ਹਵਾ ਵਿੱਚ ਉੱਡਦੇ ਅੰਬ ਦੇ ਬੂਰਾਂ ਨੂੰ। ਮੈਂ ਜ਼ਿੰਦਗੀ ਬਾਰੇ ਕਦੇ ਇਤਨਾ ਨਹੀਂ ਸੀ ਸੋਚਿਆ ਜਿਤਨਾ ਇੰਨੀ ਦਿਨੀ ਜ਼ਿੰਦਗੀ ਦੀਆਂ ਤੁੱਛ ਹਕੀਕਤਾਂ ਨੂੰ, ਇਸ ਦੇ ਤੱਤ ਨੂੰ, ਇਸ ਦੇ ਰਸ ਨੂੰ ਤੇ ਇਸ ਦੇ ਜ਼ਹਿਰ ਨੂੰ ਡੀਕ ਲਾ ਕੇ ਪੀ ਜਾਣ ਦੇ ਆਨੰਦ ਨੂੰ। ਹਰ ਚੀਜ਼ ਬੇਈਮਾਨੀ ਸੀ ਇਸ ਵੱਡੇ ਨਸ਼ੇ ਵਿੱਚ। ਹਰ ਚੀਜ਼ ਦਾ ਅੰਤ ਫਨਾਹ ਸੀ। ਸਿਰਫ ਉਹ ਛਿਨ ਸਦੀਵੀ ਸੀ ਜਿਸ ਵਿੱਚ ਜ਼ਿੰਦਗੀ ਦੀ ਤੜਪ ਸੀ।
ਸਾਗਰ ਦੇ ਪਾਗਲ ਸ਼ੋਰ ਦੀ ਖੂਬਸੂਰਤੀ, ਲਹਿਰਾਂ ਤੇ ਕਾਂਗਾਂ ਦਾ ਆਨੰਦ, ਪੱਤਿਆਂ ਦਾ, ਹਵਾਵਾਂ ਦਾ ਤੇ ਕਿਸੇ ਪਾਗਲ ਦੀ ਵਹਿਸ਼ੀ ਹਾਸੀ ਦਾ, ਉਹ ਆਨੰਦ ਜਿਸ ਵਿੱਚ ਨੂਰਾਨੀ ਆਨੰਦ ਦੀਆਂ ਛੱਲਾਂ ਸਨ। ਕਿਸੇ ਆਦ ਪੁਰਖ ਦੀ ਤੀਵੀ ਕਿ ਸੰਭੋਗ ਦਾ ਆਨੰਦ, ਬਸ ਇਹੋ ਚੀਜ਼ ਤਾਜ ਸੀ। ਇਸ ਤੋਂ ਇਲਾਵਾ ਹਰ ਚੀਜ਼ ਨਕਲੀ ਤੇ ਝੂਠੀ ਸੀ। ਮੈਂ ਰਾਜੀ ਨੂੰ ਮੁਹੱਬਤ ਕਰਦਾ ਸਾਂ, ਇਸ ਲਈ ਨਹੀਂ ਕਿ ਉਹ ਇੱਕ ਮਹਾਨ ਐਕਟਰਸ ਸੀ ਜਾਂ ਬਹੁਤ ਸਿਆਣੀ ਸੀ। ਮੈਂ ਇਸ ਲਈ ਮੁਹੱਬਤ ਕਰਦਾ ਸਾਂ ਕਿ ਉਹ ਇੱਕ ਬਹੁਤ ਮਹਾਨ ਔਰਤ ਸੀ। ਉਸ ਦੀਆਂ ਛਾਤੀਆਂ ਵਿੱਚ ਅਫੀਮ ਘੁਲੀ ਹੋਈ ਸੀ ਤੇ ਮੈਂ ਉਸ ਦੇ ਨਸ਼ੇ ਦਾ ਆਦੀ ਸੀ। ਉਹ ਅਫੀਮ ਮੇਰੇ ਹੱਡਾਂ ਵਿੱਚ ਰਚ ਗਈ ਸੀ। ਮੇਰੀਆਂ ਨਸਾਂ ਵਿੱਚ ਉਸ ਦਾ ਨੀਲਾ ਟੂਣਾ ਫੂਕਿਆ ਗਿਆ ਸੀ। ਮੱਥੇ ਤੋਂ ਪੈਰਾਂ ਦੇ ਨੋਹਾਂ ਤੱਕ ਉਸ ਦਾ ਸਾਹ ਮੈਨੂੰ ਡਸ ਰਿਹਾ ਸੀ ਤੇ ਇਹ ਮੇਰੇ ਲਹੂ ਵਿੱਚ ਘੁਲ ਗਿਆ ਸੀ। ਮੈਨੂੰ ਉਸ ਦੀ ਹਰ ਚੀਜ਼ ਨਾਲ ਇਸ਼ਕ ਸੀ। ਉਸ ਦੀ ਧਰਤੀ ਵਰਗੀ ਨਿੱਗਰਤਾ ਨਾਲ, ਖੂਬਸੂਰਤੀ ਨਾਲ, ਬਦਸੂਰਤੀ ਨਾਲ, ਵਹਿਸ਼ਤ ਨਾਲ, ਗੁੱਸੇ ਨਾਲ, ਲਾਲਸਾ ਨਾਲ, ਪਾਗਲਪਨ ਨਾਲ, ਹਰ ਚੀਜ਼ ਮੈਨੂੰ ਖਿੱਚਦੀ। ਮੇਰਾ ਪਿਆਰ ਅੰਨਾ ਹੋ ਗਿਆ ਸੀ। ਵਹਿਸ਼ੀ, ਖੂਬਸੂਰਤ, ਮੁਕੰਮਲ, ਇੱਕ ਅਜਿਹਾ ਸ਼ਗਨ ਜਿਸ ਵਿੱਚ ਕੁਰਬਾਨੀ ਦੇ ਖੂਨ ਦੀ ਬੂ ਸੀ, ਖੌਫਨਾਕ, ਨੰਗਾ ਸੱਚ। ਉਸ ਨਾਲ ਪਿਆਰ ਕਰਨ ਲੱਗੇ ਹਰ ਸੱਚ ਨੂੰ ਬੋਲਣ ਦਾ ਜੀ ਕਰਦਾ ਸੀ। ਹਰ ਲੁਕੇ ਹੋਏ ਪਾਪ ਨੂੰ ਸਾਂਝਾ ਕਰਨ ਨੂੰ ਜੀ ਤੜਫਦਾ ਸੀ। ਸੱਚ ਬੋਲਣ ਦੀ ਪਾਗਲ ਖਾਹਿਸ਼ ਜਾਗ ਪੈਂਦੀ। ਮੈਂ ਸੋਚਿਆ ਕਿ ਕੋਈ ਇਹੋ ਜਿਹਾ ਆਦਮੀ ਹੀ ਹੈ ਜੋ ਆਪਣੀ ਰੂਹ ਵਿੱਚ ਕਾਲੀਆਂ ਤਰੰਗਾਂ ਨੂੰ ਮਹਿਸੂਸ ਕਰਦਾ ਹੋਵੇ। ਕੋਰ ਪਾਪ ਦੇ ਖੌਫਨਾਕ ਵਿਚਾਰ, ਵੇਗ ਮੱਤੇ ਭਾਵ, ਪੁੱਠੇ ਸੁਪਨੇ ਮੇਰੇ ਜਿਸਮ ਅੰਦਰ ਰਾਜੀ ਦੇ ਸ਼ਾਹ ਅਤੇ ਉਸ ਦੇ ਸਰੀਰ ਦਾ ਸਵਾਸ ਸੀ। ਕੀ ਇਸ ਦਾ ਖਿਆਲ ਪਾਪ ਸੀ? ਕੀ ਮੈਂ ਪਾਗਲ ਸਾਂ, ਮੁਕਤ, ਆਜ਼ਾਦ, ਇਮਾਨਦਾਰ, ਸੱਚਾ ਜਾਂ ਬੇਵਕੂਫ? ਇੱਕ ਮਹਾਨ ਆਨੰਦ ਦੀ ਨਾ ਖਤਮ ਹੋਣ ਵਾਲੀ ਰੋਹ ਮੇਰੇ ਅੰਦਰ ਦੌੜ ਰਹੀ ਸੀ, ਜਿਸ ਦੇ ਸਾਹਮਣੇ ਬਾਕੀ ਦੇ ਸਭ ਆਨੰਦ ਫਿੱਕੇ ਸਨ। ਉਸ ਦੇ ਨਾਲ ਪਿਆਰ ਦਾ ਰਿਸ਼ਤਾ ਹੀ ਸਭ ਕੁਝ ਸੀ। ਆਤਮਾ, ਜਿਸਮ, ਉਮੀਦ, ਇੱਜ਼ਤ, ਬੇਇੱਜ਼ਤੀ, ਗਾਲਾਂ, ਸੰਗੀਤ, ਤੂਫਾਨ, ਮੇਰੇ ਜੀਵਨ ਚੱਕਰ ਦਾ ਧਰੁਵ ਬਿੰਦੂ। ਮੈਂ ਇਸ ਦੀ ਸ਼ਕਤੀ ਤੇ ਸੁੰਦਰਤਾ ਨੂੰ ਕਿਵੇਂ ਬਿਆਨ ਕਰਾਂ? ਮੇਰੇ ਇਰਦ ਗਿਰਦ ਘੁੰਮਦੇ ਫਿਰਦੇ ਲੋਕਾਂ ਨੂੰ ਇਸ ਅਦੁੱਤੀ ਖੁਸ਼ੀ ਤੇ ਚਮਤਕਾਰ ਦਾ ਕਿਵੇਂ ਗਿਆਨ ਕਰਾਵਾਂ? ਕੀ ਉਹ ਮੇਰੀ ਗੱਲ ਸਮਝ ਸਕਣਗੇ? ਕੀ ਮੈਂ ਇਹ ਸਭ ਕੁਝ ਲਿਖ ਦੇਵਾਂ? ਲੋਕ ਸ਼ਾਇਦ ਗਾਲਾਂ ਕੱਢਣ, ਭੱਦਰ ਪੁਰਸ਼ ਮੈਨੂੰ ਭੰਡਣ, ਪਰ ਜੀਵਨ ਵਿੱਚ ਲੁਕਾਉਣ ਲਈ ਕੀ ਚੀਜ਼ ਹੈ? ਹਰ ਚੀਜ਼ ਜੋ ਮੈਂ ਲੁਕਾਉਂਦਾ ਹਾਂ ਉਹ ਪਾਪ ਹੈ। ਮੈਂ ਆਪਣੇ ਸੱਚ ਨੂੰ, ਖਿਆਲਾਂ ਨੂੰ ਤੇ ਸੁਪਨਿਆਂ ਨੂੰ ਆਪਣੇ ਨਾਲ ਸਿਵਿਆਂ ਵਿੱਚ ਜਾ ਕੇ ਕੀ ਕਰਾਂਗਾ? ਗੱਲ ਤਾਂ ਹੁਣ ਦੀ ਹੈ, ਇਸ ਘੜੀ ਦੀ। ਸੱਚ ਦਾ ਪਹਿਰਾ ਇਸ ਵੇਲੇ ਹੈ, ਹੁਣ, ਇਸ ਵੇਲੇ। ਖੁੱਲ੍ਹ ਕੇ ਬੋਲ, ਜੇ ਹੈ ਹਿੰਮਤ ਤੇਰੇ ਵਿੱਚ, ਬੋਲ। ਰਾਜੀ ਨੇ ਆਖਿਆ, ਚੰਡੀਗੜ੍ਹ ਵਿੱਚ ਮੇਰਾ ਸਾਹ ਘੁੱਟਦਾ ਹੈ। ਇੱਥੇ ਕੌਣ ਹੈ ਥੀਏਟਰ ਤੇ ਫਿਲਮ ਨੂੰ ਸਮਝਣ ਵਾਲਾ? ਕੌਣ ਹੈ ਜੋ ਐਕਟਿੰਗ ਦੀਆਂ ਬਰੀਕੀਆਂ ਸਮਝਦਾ ਹੈ? ਮੈਂ ਇੱਥੇ ਕੀ ਕਰ ਰਹੀ ਹਾਂ? ਕੁਝ ਵੀ ਨਹੀਂ। ਜੇ ਮੈਂ ਦਿੱਲੀ ਜਾ ਕੇ ਨੈਸ਼ਨਲ ਡਰਾਮਾ ਰੈਪਟਰੀ ਵਿੱਚ ਕੰਮ ਕਰਾਂ ਤੇ ਲਗਾਤਾਰ ਸਟੇਜ ਉੱਤੇ ਪਾਠ ਕਰਾਂ ਤਾਂ ਮੇਰੀ ਭੁੱਖ ਮਿਟ ਸਕਦੀ ਹੈ। ਕਾਸ਼ ਮੈਂ ਦਿੱਲੀ ਜਾ ਸਕਦੀ। ਉਸਨੇ ਮੇਰੇ ਨਾਲ ਦਿੱਲੀ ਜਾਣ ਬਾਰੇ ਕਈ ਵਾਰ ਗੱਲ ਕੀਤੀ। ਮੈਂ ਉਸਦੇ ਖ਼ਵਾਬਾਂ ਨੂੰ ਸਮਝਦਾ ਸਾਂ, ਉਸਦੀਆਂ ਰੀਝਾਂ ਨੂੰ। ਉਹ ਐਕਟਰਸ ਦੀ ਖਵਾਹਿਸ਼ ਨੂੰ ਆਪਣੇ ਕਲਾ ਦਾ ਪ੍ਰਦਰਸ਼ਨ ਦਿਖਾਉਣਾ ਚਾਹੁੰਦੀ ਹੈ। ਮੈਂ ਉਸਦੇ ਦਿੱਲੀ ਜਾਣ ਤੇ ਨੈਸ਼ਨਲ ਡਰਾਮਾ ਰੈਪਟਰੀ ਵਿੱਚ ਸ਼ਾਮਲ ਹੋਣ ਬਾਰੇ ਗੱਲਾਂ ਕਰਨ ਲੱਗ ਪਿਆ। ਯਕਦਮ ਉਸਨੂੰ ਪੁੱਛਿਆ, ਮੈਂ ਉੱਥੇ ਰਹਾਂਗੀ ਕਿੱਥੇ? ਮੈਂ ਆਖਿਆ, ਤੂੰ ਮੇਰੇ ਕਰਜ਼ਨ ਰੋਡ ਵਾਲੇ ਫਲੈਟ ਵਿੱਚ ਰਹਿ ਸਕਦੀ ਹੈ। ਖਾਲੀ ਪਿਆ ਹੈ, ਪੂਰੀ ਤਰ੍ਹਾਂ ਸੱਜਿਆ ਹੋਇਆ, ਪਰ ਬਿਹਤਰ ਹੋਵੇਗਾ ਕਿ ਤੂੰ ਆਪਣੇ ਬੱਚਿਆਂ ਨੂੰ ਕਿਸੇ ਹੋਸਟਲ ਵਿੱਚ ਪਾ ਦੇਵੇਂ। ਮੈਂ ਇਹ ਗੱਲ ਸੁਭਾਵਕ ਆਖੀ ਸੀ। ਉਸਨੇ ਖੁਦ ਕਈ ਵਾਰ ਇੱਛਾ ਪ੍ਰਗਟ ਕੀਤੀ ਸੀ ਕਿ ਮੇਰੇ ਕਰਜ਼ਨ ਰੋਡ ਵਾਲੇ ਫਲੈਟ ਵਿੱਚ ਰਹਿਣ ਦੀ। ਇੱਕ ਵਾਰ ਉਸਨੇ ਮਿੰਨਤ ਕੀਤੀ ਸੀ, ਤੂੰ ਇਸ ਫਲੈਟ ਨੂੰ ਦੁਬਾਰਾ ਕਿਉਂ ਨਹੀਂ ਠੀਕ ਕਰਵਾਉਂਦਾ? ਇਸ ਨੂੰ ਦੁਬਾਰਾ ਰੰਗ ਰੋਗਨ ਕਰਵਾ ਕੇ ਆਰਟਿਸਟਿਕ ਤਰੀਕੇ ਨਾਲ ਸਜਾ। ਫਿਰ ਮੈਂ ਚੁੱਕ ਕੇ ਉਸ ਦੀ ਦਹਲੀਜ਼ ਪਾਰ ਕਰਵਾਂ। ਮੈਂ ਇਸੇ ਤਰ੍ਹਾਂ ਰੋਟੀ ਪਕਾਵਾਂਗੀ। ਅਸੀਂ ਦੋਵੇਂ ਖੂਬਸੂਰਤ ਕਲਾ ਰਚਾਂਗੇ। ਤੂੰ ਨਾਟਕ ਲਿਖੇਂਗਾ ਤੇ ਮੈਂ ਉਹਨਾਂ ਵਿੱਚ ਪਾਠ ਕਰਾਂਗੀ ਤੇ ਤੇਰੀ ਸੇਵਾ ਕਰਾਂਗੀ। ਫਿਰ ਮੈਂ ਵਾਕਿਆ ਆਜ਼ਾਦ ਹੋਵਾਂਗੀ। ਇਕੱਲੀ ਤੇਰੇ ਨਾਲ ਕੰਮ ਕਰਾਂਗੀ। ਬੱਚਿਆਂ ਨੂੰ ਕਿਸੇ ਹੋਸਟਲ ਵਿੱਚ ਪਾ ਦੇਵਾਂਗੀ। ਬੱਚਿਆਂ ਨੂੰ ਹੋਸਟਲ ਵਿੱਚ ਹੀ ਰਹਿਣਾ ਚਾਹੀਦਾ ਹੈ। ਹੁਣ ਤਾਂ ਉਹ ਖੁੱਲ੍ਹੇ ਫਿਰਦੇ ਨੇ ਜਾਨਵਰਾਂ ਵਾਂਗ। ਕੋਈ ਰੋਕ ਟੋਕ ਨਹੀਂ, ਕੋਈ ਦੇਖਣ ਵਾਲਾ ਨਹੀਂ, ਕੋਈ ਸਾਂਭਣ ਵਾਲਾ ਨਹੀਂ। ਉਹ ਹੋਸਟਲ ਵਿੱਚ ਜਾਣ ਤਾਂ ਮੈਂ ਕੰਮ ਕਰ ਸਕਾਂਗੀ। ਸਾਡੀਆਂ ਵੱਡੀਆਂ ਐਕਟਰਸਾਂ, ਡਾਂਸਰਾਂ ਤੇ ਪੇਂਟਰਾਂ ਦੀ ਜ਼ਿੰਦਗੀ ਦੇਖੋ। ਉਹ ਕਲਾ ਨੂੰ ਮੁੱਖ ਰੱਖਦੀਆਂ ਹਨ। ਯਾਮਨੀ, ਕ੍ਰਿਸ਼ਨਾ ਮੂਰਤੀ, ਸੋਨਲ ਮਾਨ ਸਿੰਘ। ਮੈਂ ਬੱਚਿਆਂ ਨੂੰ ਹੋਸਟਲ ਪਾ ਦਿਆਂਗੀ। ਉਹ ਬੱਚਿਆਂ ਨੂੰ ਹੋਸਟਲ ਵਿੱਚ ਦਾਖਲ ਕਰਾਉਣ ਬਾਰੇ ਕਈ ਪਬਲਿਕ ਸਕੂਲਾਂ ਨਾਲ ਖਤੋ ਖਿਤਾਬਤ ਕਰ ਚੁੱਕੀ ਸੀ। 2 ਵਾਰ ਸ਼ਿਮਲਾ ਤੇ ਮਸੂਰੀ ਵੀ ਹੋ ਆਈ ਸੀ। ਪਰ ਹੁਣ
ਮੇਰੇ ਹੋਸਟਲ ਦੇ ਸੁਝਾਅ ਉੱਤੇ ਉਸਦਾ ਚਿਹਰਾ ਯਕਦਮ ਬਦਲ ਗਿਆ। ਉਸਦੀਆਂ ਅੱਖਾਂ ਵਿੱਚ ਇੱਕ ਚਿੰਗਾਰੀ ਭੜਕੀ। ਉਸਨੇ ਬੁੱਲ੍ਹ ਪਚੀਟ ਲਏ ਜਿਵੇਂ ਕੌੜੀ ਦਵਾਈ ਦਾ ਘੁੱਟ ਭਰਿਆ ਹੋਵੇ। ਉਹ ਬੋਲੀ, ਤੈਨੂੰ ਹੋਸਟਲ ਦਾ ਖਿਆਲ ਕਿਵੇਂ ਆਇਆ? ਤੈਨੂੰ ਪਤਾ ਮੈਂ ਆਪਣੇ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ। ਉਹ ਮੇਰੇ ਹਨ, ਮੇਰੀ ਜ਼ਿੰਮੇਵਾਰੀ। ਇਸ ਵੇਲੇ ਉਹ ਯਤੀਮ ਵਾਂਗਰ ਰਹਿ ਰਹੇ ਹਨ, ਸੁੱਟੇ ਹੋਏ ਟੱਬਰ ਵਿੱਚ ਮੇਰੀ ਮਾਂ ਤੇ ਭਾਬੀਆਂ ਦੀ ਝਿੜਕਾਂ ਖਾਣ ਲਈ। ਇਹ ਮਾਹੌਲ ਨੇ ਉਹਨਾਂ ਨੂੰ ਵਿਗਾੜ ਦਿੱਤਾ ਹੈ। ਉਹਨਾਂ ਨੂੰ ਮੇਰੀ ਲੋੜ ਹੈ, ਆਪਣੇ ਮਾਂ ਦੇ ਪਿਆਰ ਦੀ, ਤੇ ਤੂੰ ਮੈਨੂੰ ਆਖਦਾ ਹੈ ਕਿ ਮੈਂ ਉਹਨਾਂ ਨੂੰ ਹੋਸਟਲ ਵਿੱਚ ਸੁੱਟ ਦੇਵਾਂ। ਉਸ ਦਾ ਚਿਹਰਾ ਵਿਗੜ ਗਿਆ ਤੇ ਉਹ ਗੁੱਸੇ ਨਾਲ ਬੋਲੀ, ਤੈਨੂੰ ਪਤਾ ਹੈ ਬੱਚਿਆਂ ਨੂੰ ਹੋਸਟਲ ਵਿੱਚ ਰੱਖਣ ਦਾ ਕੀ ਖਰਚਾ ਹੈ? 1000 ਰੁਪਏ ਮਹੀਨਾ। ਕਿੱਥੋਂ ਆਵੇਗਾ ਇਹ ਰੁਪਈਆ? ਤੈਨੂੰ ਮੇਰੇ ਬੱਚਿਆਂ ਦੀ ਪਰਵਾਹ ਨਹੀਂ, ਨਾ ਮੇਰੀ। ਬਸ ਹਰ ਵੇਲੇ ਆਪਣੀ ਫਿਕਰ, ਆਪਣੀ ਗੱਲ। ਮੈਂ ਹੈਰਾਨ ਹਾਂ ਕਿ ਤੇਰਾ ਮੇਰਾ ਕੀ ਰਿਸ਼ਤਾ ਹੈ? ਕੀ ਰਿਸ਼ਤਾ ਹੈ ਤੇਰਾ ਮੇਰੇ ਨਾਲ? ਜਰਾ ਬੋਗਸ। ਦੂਜੇ ਲੋਕਾਂ ਦੇ ਸਾਹਮਣੇ ਮੈਨੂੰ ਲੱਗਦਾ ਮੈਂ ਬਿਲਕੁਲ ਬੋਗਸ ਲੱਗਦੀ ਹਾਂ। ਮੈਨੂੰ ਥੀਏਟਰ ਦਾ ਵੀ ਬਹੁਤਾ ਗਿਆਨ ਨਹੀਂ, ਨਾ ਪੇਂਟਿੰਗ ਦਾ, ਨਾ ਹੀ ਮੈਂ ਬਹੁਤੀਆਂ ਕਿਤਾਬਾਂ ਪੜ੍ਹੀਆਂ ਨੇ। ਮੈਂ ਬਿਲਕੁਲ ਬੋਗਸ ਹਾਂ। ਭਲਾ ਦੱਸ ਕੀ ਫਾਇਦਾ ਹੈ ਤੇਰਾ ਮੈਨੂੰ ਇੱਕ ਵੱਡੀ ਐਕਟਰਸ ਆਖਣ ਦਾ, ਇੱਕ ਮਹਾਨ ਐਕਟਰਸ? ਸਭ ਬਕਵਾਸ। ਮੈਨੂੰ ਇਸ ਤਰ੍ਹਾਂ ਝੂਠੀ ਤਾਰੀਫ ਨਾਲ ਖੁਸ਼ ਕਰਨ ਦਾ ਕੀ ਮਤਲਬ? ਸਟੇਜ ਉੱਤੇ ਬੋਲਦੀ ਹਾਂ ਤਾਂ ਕਈ ਵਾਰ ਮੇਰੇ ਭਾਵ ਨਿਕਲ ਜਾਂਦੇ ਨੇ, ਕਿਉਂਕਿ ਮੈਂ ਪਾਤਰਾਂ ਦੇ ਅੰਦਰਲੇ ਜਜ਼ਬਾਤ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰ ਸਕਦੀ। ਉਹਨਾਂ ਦੇ ਅੰਤਰੀਵ ਭਾਵਾਂ ਨੂੰ ਪੂਰੀ ਤਰ੍ਹਾਂ ਸਮਝੇ ਬਗੈਰ ਮੈਂ ਸਟੇਜ ਉੱਤੇ ਜਾਂਦੀ ਹਾਂ। ਇਹ ਸਭ ਇਸ ਲਈ ਕਿ ਤੈਨੂੰ ਮੇਰੀ ਪਰਵਾਹ ਨਹੀਂ। ਜੇ ਜਰਾ ਪਰਵਾਹ ਹੁੰਦੀ ਤਾਂ ਤੂੰ ਇਸ ਤਰ੍ਹਾਂ ਮੇਰੇ ਬੱਚਿਆਂ ਨੂੰ ਦੂਰ ਸੁੱਟਣ ਦੀ ਸਲਾਹ ਨਾ ਦਿੰਦਾ। ਪਰ ਤੈਨੂੰ ਕੀ ਪਰਵਾਹ? ਮੈਂ ਤੇਰੇ ਨਾਲ ਤੁਰਦੀ ਫਿਰਦੀ ਹਾਂ ਤੇ ਤੂੰ ਸਮਝਦਾ ਕਿ ਬਸ ਠੀਕ ਹੈ। ਮੈਂ ਪੁੱਛਦੀ ਹਾਂ ਕਿ ਮੈਂ ਕੀ ਲੱਗਦੀ ਹਾਂ ਤੇਰੀ? ਇੱਕ ਸਜਾਵਟੀ ਫੁੱਲ, ਇੱਕ ਫਾਲਤੂ ਮਾਲ, ਤੇਰੀ ਰਖੈਲ, ਇੱਕ ਬਜ਼ਾਰੀ ਰੰਡੀ। ਦੱਸ ਮੈਂ ਕੀ ਹਾਂ? ਉਸ ਦੀਆਂ ਗੱਲਾਂ ਸੁਣ ਕੇ ਮੈਂ ਸਨਾਟੇ ਵਿੱਚ ਆ ਗਿਆ ਤੇ ਕੁਝ ਨਾ ਬੋਲ ਸਕਿਆ। ਉਹ ਉਸੇ ਤਰ੍ਹਾਂ ਗੁੱਸੇ ਵਿੱਚ ਭਰੀ ਹੋਈ ਆਖਣ ਲੱਗੀ, ਰੰਡੀ ਦੀ ਵੀ ਕੋਈ ਅਸਲੀਅਤ ਹੁੰਦੀ ਹੈ, ਪਰ ਮੇਰੀ ਕੋਈ ਅਸਲੀਅਤ ਨਹੀਂ। ਤੇ ਤੈਨੂੰ ਮੇਰੀ ਕੀ ਪਰਵਾਹ? ਹਰ ਵੇਲੇ ਉੱਚੇ ਉੱਚੇ ਵਾਅਦੇ ਤੇ ਗੱਲਾਂ। ਜੇ ਬੱਚਿਆਂ ਨੂੰ ਹੋਸਟਲ ਦਾਖਲ ਕਰਵਾਉਣਾ ਹੈ ਤਾਂ ਇਸ ਲਈ ਰੁਪਏ ਚਾਹੀਦੇ ਨੇ, ਗੱਲਾਂ ਨਹੀਂ। ਪਰ ਤੈਨੂੰ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ, ਨਾ ਮੇਰੇ ਵਿੱਚ, ਨਾ ਮੇਰੇ ਬੱਚਿਆਂ ਵਿੱਚ, ਨਾ ਮੇਰੀ ਤਰੱਕੀ ਵਿੱਚ। ਦਿਲਚਸਪੀ ਹੈ ਤਾਂ ਸਿਰਫ ਮੇਰੇ ਜਿਸਮ ਵਿੱਚ, ਇਸ ਨਾਪਾਕ ਬਿਸਤਰ ਵਿੱਚ। ਮੈਂ ਆਪਣੇ ਆਪ ਨੂੰ ਤਬਾਹ ਕਰ ਲਿਆ ਤੇਰੇ ਨਾਲ। ਮੇਰੀ ਜ਼ਿੰਦਗੀ ਦੇ 4 ਸਾਲ ਜ਼ਾਇਆ ਹੋ ਗਏ। ਮੇਰੀ ਉਮਰ ਵਿੱਚ ਕੁੜੀਆਂ ਦੁਨੀਆ ਜਿੱਤ ਲੈਂਦੀਆਂ ਹਨ। 3rd ਕਲਾਸ ਕੁੜੀਆਂ ਫਿਲਮ ਐਕਟਰਸ ਬਣ ਗਈਆਂ। ਧੂਰੀ ਤੇ ਲੁਧਿਆਣੇ ਦੀਆਂ 2 ਕੁੜੀਆਂ ਮੁੰਬਈ ਪਹੁੰਚ ਕੇ ਮਾਡਲ ਬਣ ਗਈਆਂ। ਥੂ ਐਸ ਜਾਤ 'ਤੇ। ਪਰ ਮੈਂ ਤੇਰੇ ਗਲ ਦਾ ਹਾਰ ਬਣੀ ਹੋਈ ਹਾਂ। ਇਸੇ ਲਈ ਮੇਰੀ ਕੋਈ ਇੱਜ਼ਤ ਨਹੀਂ ਕਰਦਾ। ਮੈਂ ਸੁਪਨਿਆਂ ਨਾਲ ਭਰੀ ਜਾਂਦੀ ਹਾਂ ਤੇ ਆਰਟ ਦਾ ਇੱਕ ਖੂਬਸੂਰਤ ਮਹਿਲ ਉਸਾਰਦੀ ਹਾਂ। ਉੱਥੇ ਮੇਰੀ ਮਾਂ ਬੈਠੀ ਏ, ਪੁਰਾਣੇ ਖਿਆਲਾਂ ਦੀ ਰਾਖਸ਼ਣੀ। ਉਹ ਮੇਰੇ ਪੱਥਰ ਮਾਰਦੀ ਏ ਤੇ ਮੇਰੇ ਸ਼ੀਸ਼ੇ ਦਾ ਮੈਲ ਟੁੱਟ ਜਾਂਦਾ ਹੈ। ਹਰ ਜਣਾ ਵੈਰੀ। ਉਹ ਮੇਰੀ ਪਰਵਾਹ ਕਿਉਂ ਕਰਨ? ਤੂੰ ਕਰਦਾ ਮੇਰੀ ਪਰਵਾਹ? ਕਦੀ ਆਖਿਆ ਮੈਨੂੰ ਕਿ ਇਹ ਕਿਤਾਬ ਪੜ੍ਹ, ਇੱਕ ਚੈਪਟਰ ਖ਼ਤਮ ਕਰ, ਇਹ ਪੇਂਟਿੰਗ ਦੇਖ, ਆਪਣਾ ਪਾਠ ਚੰਗੀ ਤਰ੍ਹਾਂ ਯਾਦ ਕਰ? ਕਦੇ ਮੈਨੂੰ ਹੁਕਮ ਦਿੱਤਾ ਕਿ ਮੈਂ ਕੰਮ ਵੱਲ ਧਿਆਨ ਦੇਵਾਂ? ਤੂੰ ਹਰ ਵੇਲੇ ਚਾਹ ਪੀਣ ਵਿੱਚ ਵਕਤ ਬਰਬਾਦ ਕਰ ਰਿਹਾ ਹੈ। ਪਰ ਮੈਂ ਆਪਣਾ ਵਕਤ ਬਰਬਾਦ ਨਹੀਂ ਕਰ ਸਕਦੀ। ਜਦੋਂ ਅਸੀਂ ਮਿਲਦੇ ਹਾਂ ਤਾਂ ਇੱਕ ਦੂਜੇ ਨਾਲ ਝਗੜਦੇ ਹਾਂ, ਇੱਕ ਦੂਜੇ ਉੱਤੇ ਖਿੱਚਦੇ ਹਾਂ, ਹਰ ਵੇਲੇ ਘਟੀਆ ਕਿਸਮ ਦੇ ਤਾਹਨੇ ਮਿਹਣੇ। ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਦੋਵੇਂ ਜਣੇ ਆਪਣੇ ਮੰਤਵ ਤੋਂ ਉਖੜ ਗਏ ਹਾਂ। ਸਾਡਾ ਪਿਆਰ ਫਿੱਟ ਪਿਆ ਹੈ, ਇਸ ਵਿੱਚ ਕੋਈ ਖੁਸ਼ੀ ਨਹੀਂ ਰਹੀ। ਪਰ ਤੈਨੂੰ ਕੀ ਪਰਵਾਹ ਹੈ? ਤੇਰੇ ਵਿੱਚ ਕੋਈ ਡਿਸਪਲਿਨ ਨਹੀਂ, ਕੋਈ ਉਤਸ਼ਾਹ ਨਹੀਂ, ਨਾ ਤੈਨੂੰ ਆਪਣੇ ਸਮੇਂ ਦੀ ਫਿਕਰ ਹੈ, ਨਾ ਜ਼ਿੰਦਗੀ ਦੀ। ਪਰ ਮੈਂ ਤਾਂ ਜ਼ਿੰਦਗੀ ਬਣਾਉਣੀ ਹੈ। ਮੈਂ ਉੱਥੇ ਖੜੀ ਹਾਂ ਜਿੱਥੇ 4 ਸਾਲ ਪਹਿਲਾਂ ਸੀ। ਜੇ ਮੈਂ ਕੋਈ ਬਿਜ਼ਨਸ ਕੀਤਾ ਹੁੰਦਾ ਤਾਂ 3-4 ਹਜ਼ਾਰ ਰੁਪਏ ਕਮਾਉਂਦੀ। ਜੇ ਮੈਂ ਕਿਸੇ ਵੱਡੀ ਕੰਪਨੀ ਵਿੱਚ ਪ੍ਰਾਈਵੇਟ ਸੈਕਟਰੀ ਬਣ ਜਾਂਦੀ, ਫਿਲਿਪਸ ਜਾਂ ਬੰਬੇ ਡਾਈਂਗ ਵਿੱਚ, ਤਾਂ ਵੀ ਹਜ਼ਾਰਾਂ ਰੁਪਏ ਮਹੀਨਾ ਮਿਲਦਾ। ਲੋਕ ਮੇਰੀ ਇੱਜ਼ਤ ਕਰਦੇ, ਕੁਝ ਰੁਪਈਆ ਪੱਲੇ ਹੁੰਦਾ, ਕੁਝ ਤਸੱਲੀ। ਪਰ ਤੇਰੇ ਨਾਲ ਕੀ ਹੈ? ਕੁਝ ਵੀ ਨਹੀਂ। ਹਾਏ, ਮੈਂ ਕਿੰਨੀ ਫੋਕੀ ਤੇ ਖਾਲੀ ਮਹਿਸੂਸ ਕਰਦੀ ਹਾਂ। ਮੈਂ ਆਪਣੇ ਆਪ ਨੂੰ ਤਬਾਹ ਕਰ ਲਿਆ ਤੇ ਇਸ ਦਾ ਜ਼ਿੰਮੇਵਾਰ ਤੂੰ ਹੈ, ਤੂੰ। ਮੈਂ ਚੁੱਪ ਬੈਠਾ ਉਸ ਦੀਆਂ ਗੱਲਾਂ ਸੁਣਦਾ ਰਿਹਾ, ਉਸ ਦੀਆਂ ਝਿੜਕਾਂ ਦੇ ਗੁੱਸੇ ਵਿੱਚ ਭਰੀਆਂ ਗੱਲਾਂ। ਪਰ ਮੇਰੇ ਅੰਦਰ ਇੱਕ ਤਬਦੀਲੀ ਵਿਚਰ ਰਹੀ ਸੀ। ਮੇਰੀ ਸੋਚ ਕਈ ਪੜਾਵਾਂ ਵਿੱਚੋਂ ਲੰਘੀ। ਹਮਦਰਦੀ, ਫਿਕਰ, ਗੁੱਸਾ, ਨਫ਼ਰਤ, ਪਰੇਸ਼ਾਨੀ, ਨਿਰਲੇਪਤਾ ਤੇ ਫਿਰ ਪੂਰਨ ਸ਼ਾਂਤੀ। ਮੈਂ ਉਸ ਦੇ ਬਲਦੇ ਹੋਏ ਸ਼ਬਦਾਂ ਨੂੰ ਦੇਖ ਰਿਹਾ ਸਾਂ ਜੋ ਉਸ ਦੇ ਮੂੰਹਾਂ ਵਿੱਚੋਂ ਅੰਗਾਰਾ ਵਾਂਗ ਝੜ ਰਹੇ ਸਨ, ਤੇ ਮੈਂ ਹੈਰਾਨ ਸਾਂ ਕਿ ਉਸਨੇ ਕਿਸ ਤਰ੍ਹਾਂ ਹਰ ਗੱਲ ਨੂੰ ਪੁੱਠਾ ਕਰ ਦਿੱਤਾ ਸੀ, ਹਰ ਘਟਨਾ ਨੂੰ ਵਿਗਾੜ ਕੇ ਤੇ ਹਰ ਸੱਚ ਨੂੰ ਉਲਟਾ ਕੇ ਪੇਸ਼ ਕੀਤਾ ਸੀ। ਮੈਂ ਉਸ ਦੇ ਚਿਹਰੇ ਵੱਲ ਤੱਕਿਆ, ਗਰਮ ਖੂਨ ਦੀਆਂ ਰੋਆਂ ਵਿੱਚ ਧੜਕਣ। ਉਸ ਦਾ ਚਿਹਰਾ ਉਬੜਵਾਈਆਂ ਭਾਵਨਾਵਾਂ ਤੇ ਤੜਪਾਂ ਨਾਲ ਕੰਬ ਰਿਹਾ ਸੀ। ਉਹ ਇੱਕ ਖੂਨ ਭਰੇ ਜਜ਼ਬੇ ਨਾਲ ਛੂਕ ਰਹੀ ਸੀ। ਉਸ ਦਾ ਮਨ ਕਿਹੋ ਜਿਹਾ ਸੀ?
ਕਿਸ ਮਿੱਟੀ ਜਾਂ ਧਾਤ ਦਾ ਬਣਿਆ ਸੀ ਇਹ ਮੰਨੋ, ਕਿਸ ਕੁਠਾਲੀ ਨੇ ਢਾਲਿਆ ਸੀ ਇਸ ਮਨ ਨੂੰ। ਇਹ ਮਨ ਆਮ ਮਿੱਟੀ ਦਾ ਨਹੀਂ ਸੀ, ਨਾ ਹੀ ਇਸ ਦੀ ਦ੍ਰਿਸ਼ਟੀ। ਇਹ ਅਜੀਬ ਦ੍ਰਿਸ਼ਟੀ ਸੀ ਜੋ ਵੱਡੀ ਚੀਜ਼ ਨੂੰ ਮਨ ਮਰਜ਼ੀ ਨਾਲ ਛੋਟੀ ਕਰ ਲੈਂਦੀ ਤੇ ਛੋਟੀ ਤੋਂ ਵੱਡੀ, ਸਿੱਧੀ ਨੂੰ ਪੁੱਠਾ ਤੇ ਪੁੱਠੀ ਨੂੰ ਸਿੱਧਾ। ਉਸਨੇ ਨਾਰੀ ਸ਼ਕਤੀ ਦਾ ਰਸਾਇਣ ਨਾਲ ਜ਼ਿੰਦਗੀ ਦਾ ਚੀਜ਼ਾਂ ਦਾ ਰੂਪ ਬਦਲ ਦਿੱਤਾ ਸੀ। ਉਸਦੇ ਉਬਲਦੇ ਗੁੱਸੇ ਵਿੱਚ ਉਸਦੇ ਦੱਬੇ ਨੱਪੇ ਜਜ਼ਬੇ ਪਿੰਗਲ ਕੇ ਵਗ ਤੁਰੇ। ਹੌਲੀ ਹੌਲੀ ਉਹ ਇਹ ਜਵਾਲਾਮੁਖੀ ਸ਼ਾਂਤ ਹੋਣ ਲੱਗਾ। ਖੂਨ ਦਾ ਵਗਦਾ ਜਜ਼ਬਾ ਮੱਠਾ ਪੈਣ ਲੱਗਾ। ਅਸੀਂ ਕੁਝ ਦੇਰ ਚੁੱਪਚਾਪ ਬੈਠੇ ਰਹੇ। ਹਰ ਪਾਸੇ ਪੂਰਨ ਖਾਮੋਸ਼ੀ ਸੀ। ਸਿਰਫ ਬਿਜਲੀ ਦੇ ਪੱਖੇ ਦੀ ਹਲਕੀ ਫਰ ਤੇ ਦੂਰ ਬਾਗ ਵਿੱਚ ਮਾਲੀ ਦੇ ਅਲੀਅਰ ਤਰਾਸ਼ਣ ਵਾਲੀ ਕੈਂਚੀ ਦੀ ਖੱਟਰ ਖੱਟਰ ਸੁਣਦੀ ਸੀ। ਮੈਂ ਰਾਜੀ ਦੀਆਂ ਗੱਲਾਂ ਸੁਣ ਕੇ ਚਾਹਿਆ ਕਿ ਉਹ ਹਮਲੇ ਦੇ ਉਹਨਾਂ ਸ਼ਬਦਾਂ ਵਿੱਚ ਹੀ ਜਵਾਬ ਦੇਵਾਂ ਤੇ ਉਸ ਦਾ ਮੂੰਹ ਭੰਨ ਦੇਵਾਂ, ਪਰ ਗੁੱਸੇ ਉੱਤੇ ਕਾਬੂ ਪਾ ਕੇ ਮੈਂ ਮੁਸਕਰਾਇਆ ਤੇ ਉਸਨੂੰ ਸ਼ਾਂਤ ਅੱਖਾਂ ਨਾਲ ਦੇਖਿਆ। ਮੈਨੂੰ ਦੇਖ ਕੇ ਉਸਦੇ ਤਣੇ ਹੋਏ ਨੈਣ ਨਕਸ਼ ਨਰਮ ਪੈ ਗਏ ਤੇ ਉਸਦੀਆਂ ਅੱਖਾਂ ਵਿੱਚ ਨਰਮੀ ਜਾਗ ਪਈ ਤੇ ਉਹ ਬੋਲੀ, ਮੈਂ ਜੋ ਮੇਰੇ ਮਨ 'ਚ ਆਉਂਦਾ ਹੈ ਬਗੈਰ ਸੋਚੇ ਬੋਲ ਦੇਣੀ ਹਾਂ। ਮੈਨੂੰ ਪਤਾ ਹੈ ਕਿ ਮੈਂ ਪਾਗਲਾਂ ਵਾਂਗ ਭੌਂਕ ਰਹੀ ਹਾਂ। ਮੈਨੂੰ ਨਹੀਂ ਸੀ ਚਾਹੀਦਾ ਇਸ ਤਰ੍ਹਾਂ ਬੋਲਣਾ, ਪਰ ਹੋਰ ਕਿਸ ਅੱਗੇ ਬੋਲਾਂ? ਕਿਸ ਨੂੰ ਸੁਣਾਵਾਂ ਆਪਣੇ ਮਨ ਦਾ ਕਲੇਸ਼, ਆਪਣਾ ਸੰਤਾਪ? ਕੌਣ ਝੱਲੇਗਾ ਮੇਰਾ ਗੁੱਸਾ, ਮੇਰੇ ਬਦਲੇ ਦੁੱਖ, ਮੇਰੀਆਂ ਕੂਕਾਂ, ਮੇਰੇ ਪਾਗਲ ਸੁਭਾਅ ਦੀਆਂ ਗੱਲਾਂ? ਕੋਈ ਵੀ ਨਹੀਂ ਸਿਵਾਏ ਤੇਰੇ। ਸਿਰਫ ਤੂੰ ਹੀ ਹੈ ਇਸ ਦੁਨੀਆ ਵਿੱਚ ਜਿਸ ਅੱਗੇ ਮੈਂ ਆਪਣਾ ਰੋਣਾ ਰੋ ਸਕਦੀ ਹਾਂ। ਤੂੰ ਹੀ ਹੈ ਜੋ ਮੇਰੀਆਂ ਗੱਲਾਂ ਸ਼ਾਂਤੀ ਨਾਲ ਬਰਦਾਸ਼ਤ ਕਰ ਜਾਂਦਾ। ਤੂੰ ਆਦਮੀ ਨਹੀਂ, ਦੇਵਤਾ ਹੈ। ਯਕਦਮ ਉਸਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ। ਉਸਨੇ ਮੇਰਾ ਹੱਥ ਫੜ ਲਿਆ ਤੇ ਆਪਣਾ ਸਿਰ ਰੱਖ ਕੇ ਰੋਣ ਲੱਗੀ। ਸਿਸਕੀਆਂ ਭਰਦੀ ਉਸਦਾ ਸਾਰਾ ਜਿਸਮ ਕੰਮ ਕਰ ਰਿਹਾ ਸੀ ਤੇ ਉਹ ਹੋਰ ਘੁੱਟ ਕੇ ਮੈਨੂੰ ਫੜ ਰਹੀ ਸੀ। ਦਿਲਾਸੇ, ਸ਼ਕਤੀ ਤੇ ਪਿਆਰ ਦੀ ਭੁੱਖ ਉਹ ਪੱਗਰ ਕੇ ਰੋ ਰਹੀ ਸੀ। ਮੈਂ ਉਸੇ ਤਰ੍ਹਾਂ ਪੱਥਰ ਬਣਿਆ ਬੈਠਾ ਰਿਹਾ। ਉਸਦੇ ਹੰਝੂ ਮੇਰੇ ਹੱਥ ਵਿੱਚ ਡਿੱਗੇ ਰਹੇ ਸਨ, ਨਰਮ ਪਾਣੀ ਦੇ ਤੁਮਕੇ। ਮੇਰੇ ਅੰਦਰ ਇੱਕ ਚਰਨਹੜ ਦੌੜ ਗਈ। ਹੌਲੀ ਹੌਲੀ ਉਸਦੀਆਂ ਸਿਸਕੀਆਂ ਘਟ ਗਈਆਂ ਤੇ ਉਸਨੇ ਆਪਣੇ ਆਪ ਤੇ ਕਾਬੂ ਪਾਇਆ। ਸਾੜੀ ਦੇ ਪੱਲੇ ਨਾਲ ਉਸਦੇ ਹੰਝੂ ਪੂੰਝੇ ਤੇ ਬੋਲੀ, ਤੈਨੂੰ ਤਾਂ ਪਤਾ ਕਿ ਮੈਂ ਕਿਹੋ ਜਿਹੀ ਹਾਂ। ਤੂੰ ਜਾਣਦੇ ਮੇਰੇ ਸੁਭਾਅ ਨੂੰ। ਮੇਰੇ ਅੰਦਰ ਇੱਕ ਜ਼ਬਰਦਸਤ ਖੁਆਹਿਸ਼ ਪੈਦਾ ਹੋਈ ਕਿ ਮੈਂ ਤੈਨੂੰ ਸਜ਼ਾ ਦੇਵਾਂ, ਆਪਣੇ ਦਿਲ ਦਾ ਗੁਬਾਰ ਕੱਢਾਂ, ਆਪਣੇ ਗੁੱਸੇ ਨਾਲ ਤੈਨੂੰ ਬਾਲ ਦੇਵਾਂ, ਤੇਰੇ ਟੁਕੜੇ ਟੁਕੜੇ ਕਰ ਦੇਵਾਂ। ਇਹ ਇੱਕ ਜਿਸਮਾਨੀ ਭਾਵਨਾ ਸੀ। ਮਿਹਰਬਾਨੀ ਕਰਕੇ ਤੂੰ ਮੇਰੇ ਗੁੱਸੇ ਨੂੰ ਬੁਰਾ ਨਾ ਮੰਨੀ। ਇਹ ਕਦੇ ਕਦੇ ਦੌਰਾ ਪੈਂਦਾ ਹੈ ਮੈਨੂੰ। ਇਹ ਮੇਰੀ ਮਾਨਸਿਕ ਤੇ ਸਰੀਰਕ ਲੋੜ ਹੈ। ਅਸੀਂ ਤੀਵੀਆਂ ਬਣੀਆਂ ਹੀ ਇਸ ਮਿੱਟੀ ਦੀਆਂ ਹਾਂ। ਸਾਡੇ ਵਿੱਚੋਂ ਹੰਝੂ ਵਗਦੇ ਨੇ ਤੇ ਲਹੂ ਵਗਦਾ ਹੈ। ਤਦੇ ਅਸੀਂ ਸ਼ਾਂਤ ਰਹਿੰਦੀਆਂ ਹਾਂ। ਅਸੀਂ ਫਿਰ ਜ਼ਰਖੇਜ਼ ਹੋ ਜਾਂਦੀਆਂ ਹਾਂ, ਫਿਰ ਉਪਜਾਊ, ਫਿਰ ਸਿਹਤਮੰਦ, ਫਿਰ ਮਰਦਾਂ ਦੇ ਛੁਰੇ ਖਾਣ ਲਈ ਤਿਆਰ। ਉਹ ਉੱਠੀ ਤੇ ਸਾੜੀ ਦਾ ਪੱਲਾ ਉਡਾਂਗ ਕੇ ਬੋਲੀ, ਮੈਂ ਤੇਰੇ ਲਈ ਚਾਹ ਤਿਆਰ ਕਰਦੀ ਹਾਂ। ਫਿਰ ਅਸੀਂ ਦੋਵੇਂ ਕੰਮ ਕਰਾਂਗੇ, ਜੇ ਤੇਰਾ ਜੀ ਚਾਹੇ। ਨਹੀਂ ਤਾਂ ਯਸ਼ ਚੋਪੜਾ ਦੀ ਫਿਲਮ ਦੇਖਣ ਚੱਲਾਂਗੇ। ਇਸ ਵਿੱਚ ਅਮਿਤਾਭ ਰਾਖੀ ਅਤੇ ਸ਼ਸ਼ੀ ਕਪੂਰ ਹਨ। ਚੱਲੇਗਾ ਮੇਰੇ ਨਾਲ ਫਿਲਮ ਦੇਖਣ? ਮੈਂ 2 ਟਿਕਟਾਂ ਖਰੀਦੀਆਂ ਹਨ। ਮੈਂ ਕੋਈ ਜਵਾਬ ਨਹੀਂ ਦਿੱਤਾ। ਉਹ ਕਿਚਨ ਵਿੱਚ ਜਾ ਕੇ ਮੇਰੇ ਲਈ ਚਾਹ ਤਿਆਰ ਕਰਨ ਲੱਗੀ। ਅੰਕ 10ਵਾਂ। ਮੈਨੂੰ ਰੁਪਏ ਦੀ ਤੋਟ ਹਮੇਸ਼ਾ ਲੱਗੀ ਰਹਿੰਦੀ ਸੀ। ਜਦੋਂ ਫਿਲਮ ਡਿਵੀਜ਼ਨ ਨੇ ਮੈਨੂੰ ਰਾਮਲੀਲਾ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਾਉਣ ਲਈ ਆਖਿਆ ਤਾਂ ਮੈਨੂੰ ਖੁਸ਼ੀ ਹੋਈ। ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਬੰਬਈ ਗਿਆ ਤਾਂ ਜੋ ਫਿਲਮ ਦਾ ਪ੍ਰਬੰਧ ਕਰ ਸਕਾਂ ਤੇ ਪੁਰਾਣੇ ਯਾਰਾਂ ਦੋਸਤਾਂ ਨੂੰ ਮਿਲ ਸਕਾਂ। ਬੰਬਈ ਮੈਨੂੰ ਚੰਗਾ ਲੱਗਦਾ। ਉੱਥੋਂ ਦਾ ਸਮੁੰਦਰ, ਸੱਪ ਵਰਗੀਆਂ ਲੰਮੀਆਂ ਸੜਕਾਂ, ਇਸ ਦੀ ਰਫ਼ਤਾਰ ਤੇ ਇਸ ਸ਼ਹਿਰ ਦੀ ਸ਼ਕਤੀ। ਰਜਿੰਦਰ ਸਿੰਘ ਬੇਦੀ ਦੀ ਵੱਡੀ ਫਿਲਮ ਫਾਗੁਨ ਬੁਰੀ ਤਰ੍ਹਾਂ ਫੇਲ ਹੋ ਗਈ ਸੀ ਤੇ ਉਹ ਸਟਾਰ ਸਿਸਟਮ ਨੂੰ ਭੰਡ ਰਿਹਾ ਸੀ। ਉਸਨੇ ਇਸ ਤੋਂ ਪਹਿਲਾਂ ਨਿੱਕੇ ਬਜਟ ਨਾਲ ਦਸਤਕ ਬਣਾਈ ਸੀ ਜੋ ਕਲਾਤਮਕ ਤੇ ਮਾਲੀ ਤੌਰ ਤੇ ਕਾਮਯਾਬ ਰਹੀ ਸੀ। ਬੇਦੀ ਦੀ ਸ਼ੋਹਰਤ ਹੋਈ। ਇਸ ਫਿਲਮ ਵਿੱਚ ਰਿਹਾਨਾ ਸੁਲਤਾਨ ਨੇ ਘਰੇਲੂ ਇਸਤਰੀ ਦਾ ਪਾਠ ਕੀਤਾ ਜੋ ਮਕਾਨ ਦੇ ਬਦਲਣ ਨਾਲ ਹੌਲੀ ਹੌਲੀ ਬਦਲ ਕੇ ਰੰਡੀ ਬਣ ਗਈ। ਮਕਾਨ ਦਾ ਬਦਲਣਾ ਇੱਕ ਪ੍ਰਕਾਰ ਪਾਤਰ ਦਾ ਬਦਲਣਾ ਸੀ। ਕਿਸ ਤਰ੍ਹਾਂ ਮਾਹੌਲ ਤੇ ਆਲਾ ਦੁਆਲਾ ਹੌਲੀ ਹੌਲੀ ਸਾਨੂੰ ਬਦਲ ਦਿੰਦਾ ਹੈ। ਇਸ ਫਿਲਮ ਵਿੱਚ ਖੂਬਸੂਰਤ ਅੱਧ ਨੰਗੇ ਦ੍ਰਿਸ਼ ਸਨ ਤੇ ਜ਼ਬਰਦਸਤ ਸਮਾਜਿਕ ਕਟਾਕਸ਼ ਤੇ ਝੋਟ। ਦਸਤਕ ਦੀ ਕਾਮਯਾਬੀ ਪਿੱਛੋਂ ਬੇਦੀ ਨੇ ਆਪਣਾ ਕਲਾਤਮਕ ਆਲਣਾ ਛੱਡ ਕੇ ਉੱਚੀ ਉਡਾਰੀ ਮਾਰੀ ਤੇ ਵੱਡੇ ਵੱਡੇ ਸਟਾਰਾਂ ਨੂੰ ਲੈ ਕੇ ਫਾਗੁਨ ਬਣਾਈ। ਉਹ ਲੱਖਾਂ ਦੇ ਸੁਪਨੇ ਲੈਂਦਾ ਸੀ, ਪਰ ਫਾਗੁਨ ਨੇ ਉਸ ਨੂੰ ਕੰਗਾਲ ਕਰ ਦਿੱਤਾ। ਪਰ ਉਸ ਨਾਲ ਬੇਦੀ ਦੀ ਇੱਜ਼ਤ ਤੇ ਸ਼ਖਸੀਅਤ ਵਿੱਚ ਕੋਈ ਫਰਕ ਨਾ ਪਿਆ। ਉਹ ਉਸੇ ਉੱਤੇ ਹੱਸਦਾ ਤੇ ਕਟਾਕਸ਼ ਕਰਦਾ। ਬਤੌਰ ਲੇਖਕ ਤੇ ਇਨਸਾਨ ਦੇ ਉਸ ਵਿੱਚ ਬੇਅੰਤ ਗਰਮੀ ਤੇ ਉਪਜਾਊ ਸ਼ਕਤੀ ਸੀ। ਉਸ ਦੇ ਫਿਲਮੀ ਲਤੀਫੇ ਮਸ਼ਹੂਰ ਸਨ। ਬਹੁਤੇ ਲਤੀਫੇ ਉਹ ਆਪਣੇ ਉੱਪਰ ਹੀ ਸੁਣਾਉਂਦਾ ਤੇ ਉੱਚਾ ਉੱਚਾ ਹੱਸਦਾ। ਉਸ ਦੀ ਲਿਖਤ ਅਤੇ ਰਚਨਾ ਸ਼ਕਤੀ ਉਸ ਦੀ ਗੱਲਬਾਤ ਵਿੱਚ ਵੀ ਚਮਕਦੀ।
ਫਾਗੁਨ ਫੇਲ ਹੋਣ ਪਿੱਛੋਂ ਬੇਦੀ ਨੂੰ ਫਿਲਮ ਬਣਾਉਣ ਲਈ ਕੋਈ ਸ਼ਖਸ ਰੁਪਏ ਦੇਣ ਨੂੰ ਤਿਆਰ ਨਹੀਂ ਸੀ। ਉਸ ਦਾ ਵੱਡਾ ਪੁੱਤਰ ਨਰਿੰਦਰ ਬੇਦੀ, ਜੋ ਹੁਣ ਇੱਕ ਕਾਮਯਾਬ ਫਿਲਮ ਡਾਇਰੈਕਟਰ ਦੇ ਤੌਰ 'ਤੇ ਉੱਭਰ ਆਇਆ ਸੀ, ਆਪਣੇ ਪਿਤਾ ਨੂੰ ਵੱਡਾ ਲੇਖਕ ਮੰਨਦਾ ਪਰ ਇੱਕ ਫਲਾਪ ਫਿਲਮ ਡਾਇਰੈਕਟਰ। ਉਸ ਨੇ ਮਾਰ ਧਾੜ ਤੇ ਸੈਕਸ ਦੇ ਮਸਾਲੇ ਵਾਲੀਆਂ ਫਾਰਮੂਲਾ ਫਿਲਮਾਂ ਬਣਾ ਕੇ ਕਾਫੀ ਰੁਪਏ ਬਣਾ ਲਏ ਸਨ, ਪਰ ਉਹ ਬੇਦੀ ਨੂੰ ਹੋਰ ਫਿਲਮ ਬਣਾਉਣ ਲਈ ਕੋਈ ਮਦਦ ਦੇਣ ਨੂੰ ਤਿਆਰ ਨਹੀਂ ਸੀ। ਬੇਦੀ ਨੇ ਮੈਨੂੰ ਆਪਣੇ ਜੂਹੂ ਦੇ ਫਲੈਟ ਵਿੱਚ ਡਿਨਰ ਲਈ ਆਖਿਆ। ਸਮੁੰਦਰ ਦੇ ਕੰਢੇ ਨਾਰੀਅਲ ਦੇ ਬਿਰਛਾਂ ਤੇ ਝੁੰਡ ਵਿੱਚ ਇੱਕ ਨਿੱਕਾ ਜਿਹਾ ਫਲੈਟ ਸੀ। ਉਸਨੇ ਚਿੱਟੀ ਮਲਮਲ ਦਾ ਕੁੜਤਾ ਪਾਇਆ ਤੇ ਚਿੱਟਾ ਪਜਾਮਾ ਪਾਇਆ ਹੋਇਆ ਸੀ ਤੇ ਉਹ ਸਿਗਰਟ ਪੀ ਰਿਹਾ ਸੀ। ਅਸੀਂ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ। ਉਹ ਆਪਣੀ ਫੈਮਿਲੀ ਬਾਰੇ ਬਹੁਤ ਜਜ਼ਬਾਤੀ ਸੀ। ਉਹ ਬੋਲਿਆ, ਮੈਨੂੰ ਇਹ ਪੁੱਤ ਜੋ ਕੱਲ੍ਹ ਦੌੜ ਕੇ ਮੇਰੇ ਨਾਲ ਪਾਨ ਲਵਾ ਕੇ ਲਿਆਉਂਦਾ ਸੀ, ਹੁਣ ਲੱਖਾਂ ਵਿੱਚ ਖੇਡਦਾ ਏ। ਉਹ ਅਨਪੜ੍ਹ ਏ, ਨਾ ਸਾਹਿਤ ਦਾ ਪਤਾ ਹੈ ਨਾ ਕਲਾ ਦਾ, ਪਰ ਰੁਪਏ ਕਮਾਉਣ ਦਾ ਵੱਲ ਆ ਗਿਆ ਹੈ। ਹੁਣ ਮਾਂ ਪੁੱਤ ਦੋਵੇਂ ਮੇਰੇ ਵਿਰੁੱਧ ਪਾਰਟੀ ਬਣਾਈ ਬੈਠੇ ਨੇ। ਉਹ ਆਖਦੇ ਨੇ ਕਿ ਮੈਨੂੰ ਫਿਲਮ ਬਣਾਉਣੀ ਨਹੀਂ ਆਉਂਦੀ। ਮੈਂ ਮੂਰਖ ਹਾਂ, ਭਲਾ ਕਿਉਂ? ਇਸ ਲਈ ਕਿ ਮੈਂ ਇੱਕ ਫਲਾਪ ਫਿਲਮ ਬਣਾ ਬੈਠਾ। ਇਹ ਲੋਕ ਜੋ ਮੈਨੂੰ ਕੱਲ੍ਹ ਜੀਨੀਅਸ ਆਖਦੇ ਸਨ, ਹੁਣ ਮੈਨੂੰ ਉੱਲੂ ਆਖਦੇ ਹਨ। ਯਕੀਨ ਨਹੀਂ ਆਉਂਦਾ ਕਿ ਮੇਰੇ ਪੁੱਤ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਸਕਦੇ। ਸਭ ਰੁਪਏ ਦੀ ਮਿਹਰਬਾਨੀ ਹੈ। ਰੁਪਏ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਹੈ। ਮੇਰੀ ਬੀਵੀ ਮੈਨੂੰ ਗਾਲਾਂ ਕੱਢਦੀ ਏ, ਮੈਨੂੰ ਬਦਮਾਸ਼ ਆਖਦੀ ਏ, ਗੁੰਡਾ। ਕੁਝ ਦਿਨ ਹੋਏ ਮੇਰੀ ਸਾਰੀ ਫੈਮਿਲੀ ਇਕੱਠੀ ਹੋ ਗਈ, ਮੇਰੇ ਪੁੱਤ ਤੇ ਮੇਰੀਆਂ ਧੀਆਂ। ਮੇਰੀ ਬੀਵੀ ਗਰਜ ਕੇ ਬੋਲੀ, ਜੇ ਤੂੰ ਉਸ ਕੰਜਰੀ ਨੂੰ ਫੇਰ ਮਿਲਿਆ ਤਾਂ ਮੈਂ ਤੇਜ਼ਾਬ ਸੁੱਟ ਦੇਵਾਂਗੀ ਉਸ ਦੇ ਮੂੰਹ ਉੱਤੇ, ਅੱਖਾਂ ਕੱਢ ਦੇਵਾਂਗੀ ਉਸ ਚੜੇਲ ਦੀਆਂ। ਮੈਂ ਸਾਰੀ ਬਰਾਦਰੀ ਨੂੰ ਇਕੱਠਾ ਕਰਾਂਗੀ, ਤੇਰੇ ਸਾਰੇ ਦੋਸਤਾਂ ਨੂੰ, ਤੇ ਸਾਰਿਆਂ ਦੇ ਸਾਹਮਣੇ ਤੇਰੀ ਪੱਤ ਲਾਹਾਂਗੀ। ਤੂੰ ਆਦਮੀ ਨਹੀਂ, ਰਾਖਸ਼ ਹੈ। ਤੇ ਮੈਂ ਚੀਖ ਕੇ ਆਖਿਆ, ਹਾਂ ਮੈਂ ਰਾਖਸ਼ ਹਾਂ। ਮੇਰੀਆਂ ਧੀਆਂ ਰੋਣ ਲੱਗੀਆਂ। ਬਹੁਤ ਹੀ ਸ਼ਰਮਨਾਕ ਸੀਨ ਸੀ। ਬੇਦੀ ਦਾ ਗਲਾ ਭਰ ਆਇਆ। ਉਸਨੇ ਆਪਣੇ ਹੰਝੂ ਬਾਂਹ ਨਾਲ ਪੂੰਝੇ ਤੇ ਬੋਲਿਆ, ਮੈਨੂੰ ਅਫਸੋਸ ਹੈ ਕਿ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਕੀ ਕਰਾਂ, ਮੈਂ ਬਹੁਤ ਜਜ਼ਬਾਤੀ ਹਾਂ। ਮੇਰੀਆਂ ਧੀਆਂ ਮੈਨੂੰ ਪਿਆਰ ਕਰਦੀਆਂ ਨੇ। ਉਹ ਮੈਨੂੰ ਸਮਝਦੀਆਂ ਹਨ, ਮੇਰੀ ਇੱਜ਼ਤ ਕਰਦੀਆਂ ਹਨ। ਮੈਂ ਉਹਨਾਂ ਦਾ ਪਿਆਰ ਦੇਖ ਕੇ ਰੋਣ ਲੱਗਦਾ ਹਾਂ। ਬੇਦੀ ਦੀ ਗੱਲ ਸੁਣ ਕੇ ਮੈਨੂੰ ਉਸ 'ਤੇ ਤਰਸ ਨਹੀਂ ਆਇਆ, ਸਗੋਂ ਉਸ ਲਈ ਸ਼ਰਧਾ ਜਾਗ ਪਈ। ਉਹ ਇਮਾਨਦਾਰ ਸੀ ਤੇ ਇਕੱਲਾ ਹੀ ਸਾਰੀ ਦੁਨੀਆ ਨੂੰ ਵੰਗਾਰ ਸਕਦਾ ਸੀ, ਦੋਸਤਾਂ ਨੂੰ, ਫੈਮਿਲੀ ਨੂੰ, ਪੁੱਤਾਂ ਨੂੰ। ਆਪਣੇ ਇਰਾਦੇ ਅਤੇ ਦ੍ਰਿੜ ਤੇ ਨੇਕ। ਉਹ ਬੋਲਿਆ, ਮੈਂ ਫਿਲਮ ਜ਼ਰੂਰ ਬਣਾਵਾਂਗਾ, ਵੱਡੇ ਸਟਾਰਾਂ ਨਾਲ ਨਹੀਂ, ਸਗੋਂ ਨਵੇਂ ਚਿਹਰਿਆਂ ਨਾਲ। ਬਹੁਤ ਥੋੜ੍ਹਾ ਬਜਟ, ਬਸ 3-4 ਲੱਖ। ਮੇਰੀ ਫਿਲਮ ਅਛੂਤਾਂ ਬਾਰੇ ਹੋਵੇਗੀ, ਇਹਨਾਂ ਧਤਕਾਰੇ ਹੋਏ ਹਰੀਜਨਾਂ ਬਾਰੇ ਜੋ ਸਦੀਆਂ ਤੋਂ ਸਾਡੇ ਸਮਾਜ ਦਾ ਕੂੜਾ ਹੂੰਜਦੇ ਰਹੇ ਨੇ ਤੇ ਵਿਚਾਰੇ ਕੂੜਾ ਹੀ ਬਣ ਗਏ ਨੇ। ਮੈਂ ਇਹਨਾਂ ਦੀ ਅਜ਼ਮਤ ਅਤੇ ਇਨਸਾਨੀਅਤ ਬਾਰੇ ਫਿਲਮ ਬਣਾਵਾਂਗਾ। ਮੈਂ ਗਾਂਧੀ ਜੀ ਦੇ ਸੁਨੇਹੇ ਫਿਰ ਲੋਕਾਂ ਵਿੱਚ ਪਹੁੰਚਾਵਾਂਗਾ, ਬਾਪੂ ਦਾ ਇਮੇਜ, ਉਸ ਦਾ ਪੈਗਾਮ। ਇਹ ਫਿਲਮ ਮੇਰਾ ਖੁਆਬ ਹੈ। ਜੇ ਮੈਨੂੰ ਠੂਠਾ ਫੜ ਕੇ ਲੋਕਾਂ ਤੋਂ ਚੰਗਦਾ ਵੀ ਮੰਗਣਾ ਪਿਆ ਤਾਂ ਮੈਂ ਇਹੀ ਵੀ ਮੰਗਾਂਗਾ। ਮੈਨੂੰ ਗਲੈਮਰ ਤੋਂ ਨਫ਼ਰਤ ਹੈ, ਹੀਰੋਇਨਾਂ ਦੀ ਨਕਲੀ ਮੁਸਕਰਾਹਟ ਤੋਂ, ਮੇਕਅਪ ਤੇ ਥੱਪੇ ਚਿਹਰਿਆਂ ਤੋਂ, ਚਿਕਨੇ ਚੋਪੜੇ ਜਿਸਮਾਂ ਤੋਂ। ਸੈਂਕੜੇ ਖੂਬਸੂਰਤ ਕੁੜੀਆਂ ਤੇ ਨਵੀਆਂ ਫਿਲਮ ਸਟਾਰਾਂ ਬਣੀਆਂ ਫਿਰਦੀਆਂ ਨੇ, ਨੰਗੀਆਂ ਛਾਤੀਆਂ ਤੇ ਨੰਗੀਆਂ ਲੱਤਾਂ ਦੀ ਨੁਮਾਇਸ਼ਾਂ ਕਰਦੀਆਂ। ਮੈਨੂੰ ਇਸ ਮੀਟ ਮਾਰਕੀਟ ਵਿੱਚ ਕੋਈ ਦਿਲਚਸਪੀ ਨਹੀਂ। ਮੈਂ ਇੱਕ ਸਾਦੀ ਜਿਹੀ ਕੁੜੀ ਚੁਣੀ ਹੈ, ਬਿਲਕੁਲ ਨਵਾਂ ਚਿਹਰਾ, ਅਣਗਲ ਤੇ ਸੱਜਰਾ। ਉਹ ਹੀਰੋਇਨ ਨਹੀਂ ਲੱਗਦੀ। ਮੈਂ ਉਸ ਨੂੰ ਆਪਣੀ ਫਿਲਮ ਵਿੱਚ ਰੋਲ ਦੇਵਾਂਗਾ, ਕਿਉਂਕਿ ਉਸ ਦੇ ਅੰਦਰ ਇੱਕ ਅਜੀਬ ਕਸ਼ਿਸ਼ ਹੈ ਜੋ ਨੀਵੀਆਂ ਜਾਤਾਂ ਦੀਆਂ ਕੰਮ ਕਰਨ ਵਾਲੀਆਂ ਕੁੜੀਆਂ ਵਿੱਚ ਹੁੰਦੀ ਹੈ। ਉਹ ਸਾਂਵਲੀ ਲਚਕ। ਮੈਂ ਤੈਨੂੰ ਉਸ ਦੀ ਫੋਟੋ ਵਿਖਾਵਾਂਗਾ। ਬੇਦੀ ਉੱਠ ਖੜਾ ਹੋਇਆ। ਐਸ਼ਟਰੇ ਵਿੱਚ ਪਈ ਉਸਦੀ ਸਿਗਰਟ ਰਾਖ ਦੀ ਪੈਨਸਲ ਬਣ ਗਈ ਸੀ। ਉਸਨੇ ਆਪਣਾ ਬਰੀਫਕੇਸ ਚੁੱਕਿਆ, ਕੜਿੱਕ ਦੇਣੇ ਇਸ ਨੂੰ ਖੋਲ੍ਹਿਆ ਤੇ ਉਸ ਵਿੱਚੋਂ ਇੱਕ ਵੱਡਾ ਲਿਫਾਫਾ ਕੱਢਿਆ। ਇਸ ਵਿੱਚ ਉਸਨੇ ਉਸ ਕੁੜੀ ਦੀਆਂ 3 ਤਸਵੀਰਾਂ ਕੱਢੀਆਂ ਤੇ ਮੈਨੂੰ ਦਿਖਾਈਆਂ। ਕੁੜੀ ਬਿਲਕੁਲ ਸਾਦੀ ਮੁਰਾਦੀ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਕੋਈ ਤਿੱਖੀ ਸੂਝ ਜਾਂ ਅਨੁਭਵ ਨਹੀਂ ਸੀ। ਨੈਣ ਨਕਸ਼ ਵੀ ਠੰਡੇ, ਪਰ ਉਸ ਦੀਆਂ ਛਾਤੀਆਂ ਬਹੁਤ ਭਰਪੂਰ ਤੇ ਗੰਦਰ ਸਨ। ਇਹਨਾਂ ਵਿੱਚੋਂ ਸੇਕ ਆਉਂਦਾ ਸੀ। ਬੇਦੀ ਨੇ ਪੁੱਛਿਆ, ਕਿਹੋ ਜਿਹੀ ਲੱਗੀ ਤੈਨੂੰ? ਮੈਂ ਆਖਿਆ, ਪਤਾ ਨਹੀਂ, ਤੇਰੀ ਰਾਏ ਠੀਕ ਹੀ ਹੈ। ਉਹ ਬੋਲਿਆ, ਕਮਾਲ ਦੀ ਕੁੜੀ ਹੈ ਇਹ। ਜਦੋਂ ਮੈਨੂੰ ਪਹਿਲੀ ਵਾਰ ਮਿਲੀ ਸੀ ਤਾਂ ਇਸ ਵਿੱਚ ਕੋਈ ਬਹੁਤੀ ਪਰਵਾਹ ਨਾ ਕੀਤੀ। ਇਸਨੇ ਮੈਨੂੰ ਕਈ ਵਾਰ ਟੈਲੀਫੋਨ ਕੀਤਾ। ਇੱਕ ਵਾਰੀ ਮੈਨੂੰ ਉਹ ਉੱਥੇ ਹੀ ਮਿਲਣ ਆ ਗਈ, ਇਸੇ ਫਲੈਟ ਵਿੱਚ। ਉਸਨੇ ਆਖਿਆ ਕਿ ਉਹ ਮੈਨੂੰ ਪਸੰਦ ਕਰਦੀ ਏ, ਇਸ ਲਈ ਨਹੀਂ ਕਿ ਮੈਂ ਵੱਡਾ ਲੇਖਕ ਸਾਂ ਜਾਂ ਵੱਡਾ ਫਿਲਮ ਮੇਕਰ, ਸਗੋਂ ਇਸ ਲਈ ਕਿ ਮੈਂ ਪੂਰਾ ਮਰਦ ਸਾਂ। ਮੈਂ ਆਖਿਆ, ਤਾਂ ਫਿਰ ਤੂੰ ਵੀ ਪੂਰੀ ਤੀਵੀਂ ਕਿਉਂ ਨਹੀਂ ਬਣ ਜਾਂਦੀ? ਉਹ ਹੱਸੀ ਤੇ ਉਸਦੇ ਅੱਧ ਖਿੜੇ ਬੁੱਲ੍ਹਾਂ ਵਿੱਚੋਂ ਉਸਦੇ ਦੰਦ ਚਮਕੇ। ਫਿਰ ਉਸਨੇ ਮੇਰੇ ਵੱਲ ਸਹਿਵਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਬਗੈਰ ਕੁਝ ਕਹੇ ਆਪਣੀ ਚੋਲੀ ਦੇ ਬੰਦ ਖੋਲ੍ਹ ਦਿੱਤੇ। ਵੱਡੀਆਂ ਸਡੋਲ ਛਾਤੀਆਂ ਪ੍ਰਗਟ ਹੋਈਆਂ,
ਮੈਂ ਅਜਿਹੀਆਂ ਛਾਤੀਆਂ ਕਦੀ ਨਹੀਂ ਸਨ ਦੇਖੀਆਂ। ਇਹਨਾਂ ਵਿੱਚ ਸਾਂਵਲੀ ਚਮਕ ਸੀ, ਨਸ਼ਾ। ਉਸਨੇ ਮੈਨੂੰ ਚੁੰਮਣਾ ਸ਼ੁਰੂ ਕੀਤਾ। ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਮੈਂ ਜ਼ਿੰਦਗੀ ਵਿੱਚ ਕਿੰਨੇ ਵੱਡੇ ਆਨੰਦ ਤੋਂ ਵਾਂਝਾ ਰਿਹਾ ਸਾਂ। ਮੈਂ ਬੰਜਰ ਧਰਤੀ ਵਾਂਗ ਸਾਂ। ਇਸ ਕੁੜੀ ਦੇ ਪਿਆਰ ਦੇ ਛਿੱਟਿਆਂ ਨੇ ਮੈਨੂੰ ਸਬਜ਼ ਕਰ ਦਿੱਤਾ। ਮੈਂ ਉਸ ਨੂੰ ਹੋਰ ਮਿਲਣ ਲੱਗਾ। ਮੇਰੇ ਦੋਸਤਾਂ ਨੇ ਮੇਰੇ ਖਿਲਾਫ ਜਹਾਦ ਖੜਾ ਕਰ ਦਿੱਤਾ। ਯਕਦਮ ਉਹ ਦੋਸਤਾਂ ਤੋਂ ਨਿੰਦਕ ਬਣ ਗਏ। ਇਖਲਾਕ ਦੇ ਚੌਧਰੀ, ਭਾਈਆਂ ਤੇ ਪੰਡਤਾਂ ਵਾਲਾ ਰੂਪ ਧਾਰ ਲਿਆ ਤੇ ਉਹਨਾਂ ਨੂੰ ਕੀ ਪਤਾ ਸੀ ਮੇਰਾ ਦਿਲ ਤੇ ਮੇਰਾ ਸੱਚ ਦਾ। ਉਹਨਾਂ ਵਿੱਚੋਂ ਬਹੁਤੇ ਰੁਪਈਆਂ ਕਮਾਉਣ ਵਿੱਚ ਲੱਗੇ ਹੋਏ ਸਨ ਤੇ ਉਹ ਜ਼ਿੰਦਗੀ ਦਾ ਸਵਾਦ ਭੁੱਲ ਚੁੱਕੇ ਸਨ। ਜ਼ਿੰਦਗੀ ਗੁਜ਼ਰ ਰਹੀ ਹੈ, ਕੀ ਕਰਨਗੇ ਉਹ ਆਪਣੀ ਜ਼ਿੰਦਗੀ ਦਾ। ਉਹ ਮੇਰੇ ਪਿਆਰ ਨੂੰ ਨਿਰੀ ਜਿਸਮਾਨੀ ਭੁੱਖ ਸਮਝਦੇ ਨੇ ਤੇ ਮੈਨੂੰ ਨਿੰਦਦੇ ਨੇ। ਪਰ ਜਿਸਮਾਨੀ ਪਿਆਰ ਸਭ ਤੋਂ ਵੱਡੀ ਰੂਹਾਨੀਅਤ ਹਕੀਕਤ ਹੈ। ਇਸ ਕੁੜੀ ਨੇ ਮੈਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ ਹੈ। ਮੇਰੇ ਘਰ ਝਗੜੇ ਹੋਣ ਲੱਗੇ। ਮੇਰੀ ਬੀਵੀ ਗਾਲਾਂ ਕੱਢਦੀ, ਪਿੱਟਦੀ। ਇੱਕ ਵਾਰ ਉਹ ਮੇਰੇ ਦਫ਼ਤਰ ਵਿੱਚ ਧੜਾਮ ਦੇਣੇ ਆਈ। ਉਸ ਦੀਆਂ ਅੱਖਾਂ ਦੇ ਆਂਡੇ ਲਿਸ਼ਕ ਰਹੇ ਸਨ ਤੇ ਉਹ ਮੇਰੇ ਉੱਤੇ ਝਪਟੀ। ਉਸ ਦੇ ਬੁੱਲ੍ਹਾਂ ਉੱਤੇ ਝੱਗ ਦੀ ਇੱਕ ਹਲਕੀ ਲਕੀਰ ਦਿਖ ਰਹੀ ਸੀ। ਉਹ ਚੀਖ ਕੇ ਬੋਲੀ, ਤੂੰ ਗੁੰਡਾ ਹੈ। ਸ਼ਰਮ ਨਹੀਂ ਆਉਂਦੀ ਉਸ ਕੰਜਰੀ ਪਿੱਛੇ ਫਿਰਦੇ ਨੂੰ। ਮੈਂ ਥੁੱਕਦੀ ਹਾਂ ਤੇਰੇ ਮੂੰਹ 'ਤੇ। ਉਹ ਗਾਲਾਂ ਕੱਢਦੀ ਹੋਈ ਚਲੀ ਗਈ। ਬਸ ਉਸੇ ਦਿਨ ਮੇਰੀ ਘਰੇਲੂ ਜ਼ਿੰਦਗੀ ਖਤਮ ਹੋ ਗਈ। ਮੇਰੇ ਘਰ ਵਾਲਿਆਂ ਨੂੰ ਤੇ ਦੋਸਤਾਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਵੀ ਸਾਹ ਲੈਣ ਦੀ ਲੋੜ ਹੈ ਤੇ ਲਿਖਣ ਤੇ ਰਚਣ ਲਈ ਜ਼ਿੰਦਗੀ ਦੀ ਗਰਮੀ ਦੀ ਲੋੜ ਹੈ ਤੇ ਉਹ ਪਾਪ ਨੂੰ ਚਖਣ ਦੀ ਜੋ ਸਾਡੇ ਜਿਸਮ ਵਿੱਚ ਕੈਦ ਹੈ। ਮੈਨੂੰ ਕੋਈ ਨਹੀਂ ਸਮਝਦਾ, ਕੋਈ ਵੀ ਕਿਸੇ ਨੂੰ ਨਹੀਂ ਸਮਝ ਸਕਦਾ। ਮੈਨੂੰ ਪਤਾ ਹੈ ਮੈਂ ਕੀ ਕਰ ਰਿਹਾ ਹਾਂ। ਉਹ ਥੋੜ੍ਹੀ ਦੇਰ ਰੁਕਿਆ ਤੇ ਫਿਰ ਬੋਲਿਆ, ਉਸ ਕੁੜੀ ਦੀ ਉਮਰ 19 ਸਾਲ ਹੈ, ਮੈਂ 57 ਸਾਲ ਦਾ ਹਾਂ, ਉਸ ਤੋਂ ਤਿੱਗਣੀ ਉਮਰ ਦਾ। ਪਰ ਮੈਂ ਤੈਨੂੰ ਦੱਸ ਦੇਵਾਂ ਕਿ ਅੰਨੇ ਪਿਆਰ ਵਿੱਚ ਉਮਰ ਦਾ ਕੋਈ ਫਰਕ ਨਹੀਂ ਰਹਿੰਦਾ। ਜਦੋਂ ਉਹ ਮੇਰੇ ਨਾਲ ਹੁੰਦੀ ਹੈ ਤਾਂ ਅਸੀਂ ਦੋਵੇਂ ਇੱਕੋ ਜਿੱਡੇ ਹੋ ਜਾਂਦੇ ਹਾਂ। ਬਰਾਬਰ ਦਾ ਕੱਦ, ਬਰਾਬਰ ਦਾ ਮਨ, ਬਰਾਬਰ ਦਾ ਜਿਸਮ। ਮੈਨੂੰ ਪਤਾ ਹੈ 4-5 ਸਾਲਾਂ ਵਿੱਚ ਮੈਂ 62 ਸਾਲ ਦਾ ਹੋਵਾਂਗਾ ਤੇ ਉਹ ਮਸਾਂ 24 ਸਾਲ ਦੀ। ਫਿਰ ਉਹ ਮੇਰੇ ਨਾਲ ਗੱਦਾਰੀ ਕਰਕੇ ਕਿਸੇ ਹੋਰ ਨਾਲ ਚਲੀ ਜਾਵੇਗੀ। ਪਰ ਮੈਂ ਇਸ ਲਈ ਤਿਆਰ ਹਾਂ। ਅਜਿਹਾ ਅੰਨਾ ਪਿਆਰ ਬਹੁਤ ਚਿਰ ਨਹੀਂ ਰਹਿ ਸਕਦਾ, ਪਰ ਇਹ ਬਹੁਤ ਅਨਮੋਲ ਹੈ। ਬੇਦੀ ਦੀਆਂ ਅੱਖਾਂ ਵਿੱਚ ਉਤਸ਼ਾਹ ਤੇ ਚਮਕ ਸੀ ਤੇ ਇੱਕ ਜਿਸਮਾਨੀ ਬਾਦਸ਼ਾਹਤ। ਉਹ ਆਦਿ ਪੁਰਖ ਲੱਗਦਾ ਸੀ, ਬੜਾ ਤਕੜਾ ਤੇ ਤੱਤ ਰੂਪੀ। ਜੋ ਉਹ ਆਖ ਰਿਹਾ ਸੀ ਦਰਅਸਲ ਮੇਰੇ ਮਨ ਵਿੱਚ ਦੌੜ ਰਹੇ ਵਿਚਾਰਾਂ ਦੀ ਤਰਜਮਾਨੀ ਸੀ। ਉਹੀ ਵਿਚਾਰ ਜੋ ਮੇਰੇ ਰਾਜੀ ਬਾਰੇ ਸਨ। ਉਹ ਖੂਬਸੂਰਤ ਅਤੇ ਵੇਗ ਮੇਰੇ ਖੂਨ ਵਿੱਚ ਵੀ ਛੂਕ ਰਿਹਾ ਸੀ। ਮੈਂ ਆਖਿਆ, ਜੇ ਤੂੰ ਆਖ ਰਿਹਾ ਹੈ ਤਾਂ ਇਹੋ ਸੱਚ ਹੈ, ਸਾਡੀ ਜ਼ਿੰਦਗੀ ਦਾ ਡੂੰਘਾ ਸੱਚ। ਮੈਨੂੰ ਤੇਰੇ ਜਜ਼ਬੇ ਦੀ ਕਦਰ ਹੈ, ਮੈਂ ਤੈਨੂੰ ਸਮਝਦਾ ਹਾਂ। ਅਸੀਂ ਦੋਵੇਂ ਥੋੜ੍ਹੀ ਦੇਰ ਲਈ ਖਾਮੋਸ਼ ਹੋ ਗਏ, ਆਪਣੇ ਖਿਆਲਾਂ ਵਿੱਚ ਡੁੱਬ ਗਏ। ਫਿਰ ਮੈਂ ਪੁੱਛਿਆ, ਤੇਰੀ ਫਿਲਮ ਦਾ ਕੀ ਵਿਸ਼ਾ ਹੈ? ਉਹ ਬੋਲਿਆ, ਮਹਾਰਾਸ਼ਟਰ ਵਿੱਚ ਵਾਪਰੀ ਇੱਕ ਸੱਚੀ ਘਟਨਾ ਉੱਤੇ ਆਧਾਰਿਤ ਹੈ। ਇੱਕ ਪਿੰਡ ਵਿੱਚ ਬਾਹਮਣਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਹਰੀਜਨਾਂ ਉੱਤੇ ਹਮਲਾ ਕਰ ਦਿੱਤਾ। ਉਹਨਾਂ ਦੀਆਂ ਝੁੱਗੀਆਂ ਸਾੜ ਦਿੱਤੀਆਂ ਤੇ 2 ਹਰੀਜਨਾਂ ਦੀਆਂ ਅੱਖਾਂ ਕੱਢ ਦਿੱਤੀਆਂ। ਯਕੀਨ ਨਹੀਂ ਆਉਂਦਾ ਕਿ ਇਹੋ ਜਿਹਾ ਘਿਨਾਉਣਾ ਜ਼ੁਲਮ ਸਾਡੇ ਸਮਾਜ ਵਿੱਚ ਹੋ ਰਿਹਾ ਹੈ। ਅਸੀਂ ਅਹਿੰਸਾ ਦੇ ਪੁਜਾਰੀ ਹਾਂ, ਸਹਿਣਸ਼ੀਲਤਾ ਦੇ, ਇਨਸਾਨੀਅਤ ਦੇ, ਪਰ ਸਾਥੋਂ ਵੱਧ ਵਹਿਸ਼ੀ ਤੇ ਜ਼ਾਲਮ ਕੋਈ ਨਹੀਂ। ਅਸੀਂ ਹਰ ਵੇਲੇ ਇੱਕ ਦੂਜੇ ਨੂੰ ਮਾਰਦੇ ਤੇ ਕਤਲ ਕਰਦੇ ਰਹਿੰਦੇ ਹਾਂ। ਅਸੀਂ ਮੌਤ ਦੇ ਪੁਜਾਰੀ ਹਾਂ। ਸਾਡੀ ਫਿਲਾਸਫੀ ਹੀ ਮੌਤ ਹੈ। ਸਾਡੀ ਫਿਲਾਸਫੀ ਦੀ ਹੀ ਮੌਤ ਦੀ ਹੈ। ਮੇਰੀ ਫਿਲਮ ਦਾ ਮਹੂਰਤ ਕੱਲ੍ਹ ਹੋਵੇਗਾ। ਮੈਂ ਕਿਸੇ ਵਜ਼ੀਰ ਜਾਂ ਫਿਲਮ ਸਟਾਰ ਨੂੰ ਮਹੂਰਤ ਵਾਸਤੇ ਨਹੀਂ ਬੁਲਾਇਆ। ਇਹ 2 ਅੰਨੇ ਹਰੀਜਨ ਹੀ ਮੇਰੇ ਚੀਫ ਗੈਸਟ ਹੋਣਗੇ। ਮਹੂਰਤ 10 ਵਜੇ ਹੋਵੇਗਾ। ਜ਼ਰੂਰ ਆਵੀਂ। ਉਹ ਕੁੜੀ ਵੀ ਉੱਥੇ ਹੀ ਹੋਵੇਗੀ। ਉਹ ਇਸ ਵਿੱਚ ਪਾਠ ਕਰ ਰਹੀ ਹੈ। ਉਸਨੇ ਨਵੀਂ ਸਿਗਰਟ ਸੁਲਗਾਈ ਅਤੇ ਗਲਾਸਾਂ ਵਿੱਚ ਮੇਰੇ ਤੇ ਆਪਣੇ ਲਈ ਇੱਕ ਹੋਰ ਪੈਗ ਪਾਇਆ। ਉਹ ਥੋੜ੍ਹੀ ਦੇਰ ਸੋਚ ਕੇ ਬੋਲਿਆ, ਮੈਂ ਸੁਣਿਆ ਤੇਰੇ ਤੇ ਜੀਨੀ ਵਿੱਚ ਤਰੇੜ ਆ ਗਈ ਏ। ਤੁਸੀਂ ਦੋਵੇਂ ਵੱਖ ਹੋ ਰਹੇ ਹੋ। ਮੈਂ ਉਸਨੂੰ ਮੁਖਤਸਿਰ ਤੌਰ ਤੇ ਜੀਨੀ ਤੇ ਆਪਣੇ ਬਾਰੇ ਦੱਸ ਦਿੱਤਾ ਤੇ ਆਖਿਆ ਕਿ ਅਸੀਂ ਦੋਵਾਂ ਨੇ ਅਲਹਿਦਾ ਹੋਣ ਦਾ ਫੈਸਲਾ ਕਰ ਲਿਆ ਹੈ। ਅਸੀਂ ਦੋਵੇਂ ਇੱਕੋ ਛੱਤ ਹੇਠ ਬਗਾਨਿਆਂ ਵਾਂਗ ਰਹਿ ਰਹੇ ਹਾਂ। ਬਸ ਉਡੀਕ ਰਹੇ ਹਾਂ ਕਿਸ ਚੀਜ਼ ਨੂੰ? ਇਹੋ ਕਿ ਬੱਚੇ ਰਤਾ ਵੱਡੇ ਹੋ ਜਾਣ ਤਾਂ ਜੋ ਉਹ ਸਾਡੇ ਵੱਖਰੇ ਹੋਣ ਨੂੰ ਸਮਝ ਸਕਣ ਅਤੇ ਅਸੀਂ ਉਹਨਾਂ ਨਾਲ ਤਾਲਮੇਲ ਰੱਖ ਸਕੀਏ। ਅਸੀਂ ਕਿਉਂ ਜੁਦਾ ਹੋਏ ਸਾਂ? ਕੀ ਵਜ੍ਹਾ ਸੀ ਸਾਡੇ ਜੁਦਾ ਹੋਣ ਦੀ? ਬਸ ਮਾਨਸਿਕ ਤੇ ਜਜ਼ਬਾਤੀ ਬੇਲਾਗਤਾ। ਇੱਕ ਪ੍ਰਕਾਰ ਦੀ ਬੋਰਡਮ, ਥਕਾਵਟ, ਉਤਕੰਠਾ। ਸਾਡੇ ਜਜ਼ਬਿਆਂ ਦਾ ਖੂਬਸੂਰਤ ਬੂਰ ਝੜ ਗਿਆ ਸੀ। ਅੰਦਰੋਂ ਸੁੱਕੇ ਡੰਡਲ ਨਿਕਲ ਆਏ ਸਨ। ਇੱਕ ਰੋੜੀ, ਅਰਥਹੀਨ ਜ਼ਿੰਦਗੀ। ਅਸੀਂ ਇੱਕ ਦੂਜੇ ਨੂੰ ਤਬਾਹ ਨਹੀਂ ਸੀ ਕਰਨਾ ਚਾਹੁੰਦੇ, ਬਸ ਵੱਖ ਹੋ ਰਹੇ ਸਾਂ ਕਿਉਂਕਿ ਸ਼ਾਦੀ ਦਿਨ ਰਾਤ ਦੇ ਜਜ਼ਬੇ ਦੀ ਸਾਂਝ ਹੈ। ਇਸ ਦੇ ਨਾ ਹੋਣ 'ਤੇ ਵੱਖਰੇ ਹੋਣਾ ਚੰਗਾ ਹੈ। ਮੈਂ ਆਖਿਆ, ਬੇਦੀ ਇਹ ਸ਼ਾਇਦ ਆਪਣੇ ਮੁਲਕ ਨੂੰ ਤਰਸ ਰਹੀ ਹੈ।
ਆਪਣੀਆਂ ਸਹੇਲੀਆਂ ਨੂੰ, ਆਪਣੇ ਮਾਂ-ਬਾਪ ਤੇ ਭੈਣਾਂ ਨੂੰ, ਆਪਣੇ ਮਾਹੌਲ ਨੂੰ, ਆਪਣੇ ਜਜ਼ਬਾਤ ਤੇ ਬਚਪਨ ਦੀ ਦੁਨੀਆ ਨੂੰ। ਉਹ ਹੌਲੀ-ਹੌਲੀ ਮੁਰਝਾ ਰਹੀ ਸੀ। ਉਸਨੇ ਹਿੰਦੁਸਤਾਨ ਨੂੰ ਰੱਜ ਕੇ ਦੇਖ ਲਿਆ। ਉਹ ਇੱਥੋਂ ਦੀ ਜ਼ਿੰਦਗੀ ਤੋਂ ਅੱਕ ਗਈ ਹੈ, ਹਰ ਚੀਜ਼ ਤੋਂ। ਹੁਣ ਉਹ ਬੱਚਿਆਂ ਨੂੰ ਆਪਣੇ ਨਾਲ ਅਮਰੀਕਾ ਰਜਾਉਣਾ ਚਾਹੁੰਦੀ ਹੈ। ਮੈਂ ਉਹਨਾਂ ਦੇ ਨਾਲ ਰਿਸ਼ਤਾ ਕਾਇਮ ਰੱਖਾਂਗਾ। ਉਹ ਸ਼ਾਇਦ ਮਾਂ ਨਾਲ ਸਿਆਟਲ ਵਿੱਚ ਇੱਕ ਚੰਗੀ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ ਲੈ ਰਹੇ ਹੋਣ, ਇੱਕ ਨਿੱਘੀ ਤੇ ਚੰਗੀ ਜ਼ਿੰਦਗੀ। ਮੈਂ ਚਾਹੁੰਦਾ ਹਾਂ ਕਿ ਜਿੰਨੀ ਖੁਸ਼ੀ ਹਾਸਲ ਕਰ ਸਕੇ, ਜਿੱਥੇ ਵੀ ਉਹਨੂੰ ਇਹ ਮਿਲੇ। ਮੈਂ ਇਹ ਕਦੇ ਵੀ ਨਹੀਂ ਭੁਲਾ ਸਕਦਾ ਕਿ ਇੱਕ ਵੇਲਾ ਸੀ ਉਸਨੇ ਮੈਨੂੰ ਮੁਹੱਬਤ ਕੀਤੀ, ਮੇਰੀ ਖਾਤਰ ਆਪਣਾ ਮੁਲਕ ਛੱਡ ਦਿੱਤਾ, ਆਪਣੀਆਂ ਦੋਸਤ ਸਹੇਲੀਆਂ, ਆਪਣਾ ਖੂਬਸੂਰਤ ਸ਼ਹਿਰ ਤੇ ਮੇਰੇ ਨਾਲ ਹਿੰਦੁਸਤਾਨ ਆ ਗਈ। ਇਸ ਦੇ ਇਲਾਵਾ ਮੈਂ ਇਹ ਵੀ ਨਹੀਂ ਭੁੱਲ ਸਕਦਾ ਕਿ ਉਹ ਮੇਰੇ ਦੋਹਾਂ ਬੱਚਿਆਂ ਦੀ ਮਾਂ ਹੈ। ਮੈਂ ਅੱਗੇ ਕੁਝ ਨਾ ਬੋਲ ਸਕਿਆ। ਸ਼ਬਦ ਮੇਰੇ ਮੂੰਹ ਵਿੱਚ ਰਹਿ ਗਏ। ਯਕਦਮ ਮੇਰਾ ਦਿਲ ਹੰਝੂਆਂ ਦਾ ਰੁੱਗ ਬਣ ਗਿਆ ਤੇ ਮੈਂ ਸਿਸਕੀਆਂ ਭਰ ਕੇ ਰੋਣ ਲੱਗਾ। ਮੈਂ ਬੇਦੀ ਨੂੰ ਗਲਤ ਸਮੇਂ ਆਪਣੀ ਗੱਲ ਆਖ ਰਿਹਾ ਸਾਂ ਤੇ ਮੈਨੂੰ ਯਕਦਮ ਇੱਕ ਅਜੀਬ ਖਲਾਅ ਮਹਿਸੂਸ ਹੋਇਆ। ਬੱਚਿਆਂ ਦੀ ਯਾਦ ਮੇਰੇ ਸਰੀਰ ਵਿੱਚ ਫੈਲ ਗਈ ਤੇ ਮੈਂ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਹੰਝੂਆਂ ਨੂੰ ਨਾ ਰੋਕ ਸਕਿਆ। ਮੇਰੇ ਮਾਸੂਮ ਬੱਚੇ, ਜਿਨ੍ਹਾਂ ਨੂੰ ਮੈਂ ਮੁੰਬਈ ਤੋਂ ਖਿਡੌਣੇ ਲਿਆਉਣ ਲਈ ਆਖਿਆ ਸੀ ਤੇ ਜਿੱਥੇ ਮੈਂ ਰੁਪਏ ਦੀ ਤਲਾਸ਼ ਵਿੱਚ ਭਟਕਦਾ ਹੋਇਆ ਆ ਨਿਕਲਿਆ ਸਾਂ। ਬੇਦੀ ਨੇ ਮੇਰਾ ਹੱਥ ਫੜ ਕੇ ਆਖਿਆ, ਅਸੀਂ ਸਾਰੇ ਇਕੱਲੇ ਹਾਂ। ਇਨਸਾਨ ਹੈ ਹੀ ਇਕੱਲਾ। ਸਭ ਤੋਂ ਕੀਮਤੀ ਚੀਜ਼ ਹੈ ਜ਼ਿੰਦਗੀ। ਸਾਨੂੰ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਭੋਗੀਏ, ਇਸ ਦਾ ਸਾਹਮਣਾ ਕਰੀਏ ਤੇ ਇਸ ਨੂੰ ਫਤਿਹ ਕਰੀਏ, ਪੇਸ਼ਤਰ ਇਸ ਦੇ ਕਿ ਇਹ ਸਾਨੂੰ ਫਤਿਹ ਕਰ ਲਏ। ਹਰ ਚੀਜ਼ ਦਾ ਇੱਕੋ ਅੰਤ ਹੈ, ਮੌਤ। ਇਹ ਬਹੁਤ ਵੱਡੀ ਕੌੜੀ ਹੈ ਤੇ ਵੱਡੀ ਸੱਚਾਈ ਹੈ। ਆਦਮੀ ਹੀ ਇੱਕ ਅਜਿਹਾ ਜਾਨਵਰ ਹੈ ਜਿਸ ਨੂੰ ਮੌਤ ਬਾਰੇ ਗਿਆਨ ਹੈ। ਕੁੱਤੇ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਉਸਨੇ ਅੰਤ ਵਿੱਚ ਮਰਨਾ ਹੈ, ਨਾ ਹੀ ਕੀੜੀਆਂ ਨੂੰ, ਨਾ ਹੀ ਪਰਿੰਦਿਆਂ ਨੂੰ। ਪਰ ਅਸਲ ਵਿੱਚ ਤਾਂ ਸਾਨੂੰ ਵੀ ਗਿਆਨ ਨਹੀਂ। ਬੰਬਈ ਦੀ ਜ਼ਿੰਦਗੀ ਦੇਖੋ ਕਿੰਨੀ ਨਸ ਭੱਜ ਹੈ। ਸਾਡੇ ਕਵੀ ਲੇਖਕ ਐਕਟਰ, ਜਰਨਲਿਸਟ ਸਦੀਵੀ ਜੀਵਨ ਤੇ ਸੱਚ ਦੇ ਵੀਰਤਾ ਤੇ ਖੂਬਸੂਰਤੀ ਦੀਆਂ ਗੱਲਾਂ ਕਰਦੇ ਹਨ, ਆਦਰਸ਼ ਦੀਆਂ ਕਿ ਸਦੀਵੀ ਕਦਰਾਂ ਦੀਆਂ। ਪਰ ਦਰਅਸਲ ਉਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਰਹੇ ਹਨ। ਦਰਅਸਲ ਉਹ ਜੀਵਨ ਦੇ ਤੱਤ ਤੋਂ ਵਾਕਫ ਹੀ ਨਹੀਂ। ਸਿਰਫ ਇੱਕ ਫਕੀਰ ਜਾਣਦੇ ਜੋ ਮਜ਼ਾਰ ਉੱਤੇ ਬੈਠਾ ਹੈ, ਜਾਂ ਸਾਧੂ ਜੋ ਮੜੀਆਂ ਵਿੱਚ ਧੂਣੀ ਰਮਾਈ ਬੈਠਾ ਹੈ। ਮੇਰੇ ਬਲਵੰਤ, ਤੂੰ ਜ਼ਿੰਦਗੀ ਨੂੰ ਸੱਚਾਈ ਨਾਲ ਜੀ ਰਿਹਾ ਹੈ। ਆਪਣੀ ਮੁਹੱਬਤ ਦੇ ਵਸ ਹੋ ਕੇ ਲੋਕ ਤੈਨੂੰ ਗਲਤ ਸਮਝਦੇ ਨੇ। ਇਹ ਜ਼ਿੰਦਗੀ ਦਾ ਅਸੂਲ ਹੈ। ਲੋਕਾਂ ਦਾ ਹੱਕ ਹੈ ਕਿ ਉਹ ਤੈਨੂੰ ਗਲਤ ਸਮਝਣ ਤੇ ਤੈਨੂੰ ਇਹ ਕੀਮਤ ਦੇਣੀ ਹੀ ਪਵੇਗੀ। ਤੇਰੇ ਭਾਗਾਂ ਵਿੱਚ ਇਹ ਡੰਡ ਹੈ ਜੋ ਤੈਨੂੰ ਭਰਨਾ ਹੀ ਪਵੇਗਾ, ਜਿਵੇਂ ਮੈਂ ਭਰ ਰਿਹਾ ਹਾਂ। ਪਰ ਮੈਂ ਤੇਰੇ ਨਾਲ ਹਾਂ। ਬੇਦੀ ਦੇ ਸ਼ਬਦਾਂ ਨੇ ਮੈਨੂੰ ਸ਼ਾਂਤ ਕੀਤਾ। ਮੇਰੇ ਨੱਪੇ ਹੋਏ ਜਜ਼ਬੇ ਹੰਝੂਆਂ ਦੀ ਸ਼ਕਲ ਵਿੱਚ ਡੁੱਲ ਪਏ। ਬੇਦੀ ਨੇ ਦਿਲਾਸਾ ਦਿੱਤਾ। ਮੈਂ ਮੁਸਕਰਾਇਆ। ਬੇਦੀ ਬੋਲਿਆ, ਮੈਨੂੰ ਚਾਹੀਦਾ ਹੈ ਕਿ ਆਪਣੇ ਨੁਕਸਾਨਾਂ ਨੂੰ ਨਾ ਗਿਣੀਏ। ਸਾਨੂੰ ਚਾਹੀਦਾ ਹੈ ਕਿ ਆਪਣੀ ਹਾਰ ਤੇ ਆਪਣੇ ਦੁੱਖ ਨੂੰ ਰਚਨਾਤਮਕ ਹੀਲਿਆਂ ਵਿੱਚ ਬਦਲ ਦਈਏ। ਰਾਤ ਦੇ 12 ਵੱਜ ਚੁੱਕੇ ਸਨ। ਅਸੀਂ ਉਸਦੇ ਫਲੈਟ ਵਿੱਚੋਂ ਬਾਹਰ ਨਿਕਲੇ। ਸਮੁੰਦਰ ਦਾ ਰੇਤਲਾ ਤੱਟ ਗਰਗਰਾ ਰਿਹਾ ਸੀ। ਚੰਦਰਮਾ ਚਮਕ ਰਿਹਾ ਸੀ ਤੇ ਲਹਿਰਾਂ ਉੱਠ ਰਹੀਆਂ ਸਨ। ਨਾਰੀਅਲ ਦੇ ਦਰਖਤ ਬੜੇ ਲੰਮੇ ਅਤੇ ਪਤਲੇ ਨਜ਼ਰ ਆ ਰਹੇ ਸਨ, ਰੋਮਾਂਚ ਵਿੱਚ ਭਿੱਜੇ। ਬੇਦੀ ਮੈਨੂੰ ਆਪਣੀ ਕਾਰ ਵਿੱਚ ਪਾਲੀ ਹਿੱਲ ਛੱਡਣ ਆਇਆ। ਮੈਂ ਲੋਹੇ ਦੇ ਫਾਟਕ ਵਿੱਚ ਜੜੇ ਨਿੱਕੇ ਬੂਹੇ ਨੂੰ ਖੋਲ੍ਹਿਆ ਤੇ ਢਲਵਾਨ ਵਾਲੀ ਪਗਡੰਡੀ ਉੱਤੇ ਤੁਰ ਪਿਆ। ਭਿੱਜੇ ਹੋਏ ਘਾਹ ਵਿੱਚ ਪੱਤਿਆਂ ਦੀ ਮਹਿਕ ਆ ਰਹੀ ਸੀ। ਧੰਨਵਾਦ। ਮਿਲਦੇ ਹਾਂ ਅਗਲੇ ਭਾਗ ਵਿੱਚ।